ਦਿਵਜੋਤ ਅਕੈਡਮੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਪ੍ਰੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਜਾਣਦੇ ਹਾਂ ਕਿ DSSB ਦੀਆਂ ਪੋਸਟਾਂ ਜਿਹੜੀਆਂ ਆ ਚੁੱਕੀਆਂ ਨੇ। ਦਿੱਲੀ ਦਾ ਜਿਹੜਾ ਪੇਪਰ ਹੈ ਕਾਫੀ ਨਜ਼ਦੀਕ ਹੈ ਕਿਉਂਕਿ ਉਹਦੀ 8 ਫਰਵਰੀ ਤੋਂ ਜਿਹੜੇ ਆਨਲਾਈਨ ਫਾਰਮ ਆ ਉਹ ਭਰੇ ਜਾਣੇ ਨੇ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਉਸ ਪੇਪਰ ਦੇ ਲਈ ਪ੍ਰੈਪਰੇਸ਼ਨ ਜਿਹੜੀ ਆ ਉਹ ਕਰ ਰਹੇ ਹੋਵੋਗੇ। ਤੁਹਾਨੂੰ ਸੁਵਿਧਾ ਦੇਣ ਦੇ ਲਈ, ਤੁਹਾਡੀ ਸੌਖ ਦੇ ਲਈ ਅਸੀਂ ਜੋ ਪਹਿਲਾਂ DSSB ਨੇ ਪੇਪਰ ਲਏ ਸੀ ਉਹਨਾਂ ਦੇ ਵਿੱਚੋਂ ਅੱਜ ਕੁਝ ਕੁਐਸਚਨ ਆਨਸਰ ਲੈ ਕੇ ਆਏ ਆ ਜੋ ਕਿ ਪਹਿਲਾਂ ਉਹਨਾਂ ਨੇ ਪੁੱਛੇ ਸੀ। ਅਸੀਂ ਤੁਹਾਨੂੰ ਉਹਨਾਂ ਦਾ ਹੱਲ ਕਰਵਾਵਾਂਗੇ। ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਵਿਸ਼ਾ। ਸਾਡੇ ਕੋਲ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਹੈ ਪਾਕਿਸਤਾਨ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ। ਆਪਸ਼ਨਸ ਨੇ ਸਾਡੇ ਕੋਲ ਨੰਬਰ 1 ਸ਼ਾਰਦਾ, ਨੰਬਰ 2 ਗੁਰਬਾਣੀ, ਨੰਬਰ 3 ਸ਼ਾਹਰੀ, ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ। ਜਾਣਦੇ ਹਾਂ ਦਾ ਸਹੀ ਉੱਤਰ ਕੀ ਹੈ। ਸ਼ਾਰਦਾ ਜਿਹੜੀ ਹੈ ਇਹ ਕਸ਼ਮੀਰ ਦੀ ਲਿਪੀ ਹੈ। ਕਸ਼ਮੀਰੀ ਜਿਹੜੀ ਆ ਉਹ ਸ਼ਾਰਦਾ ਲਿਪੀ ਚ ਲਿਖੀ ਜਾਂਦੀ ਹੈ। ਇਸ ਕਰਕੇ ਇਹਦਾ ਇਹ ਉੱਤਰ ਤਾਂ ਨਹੀਂ ਹੋ ਸਕਦਾ, ਤਾਂ ਇਹ ਆਪਸ਼ਨ ਜਿਹੜੀ ਹੈ ਉਹ ਕੱਟੀ ਜਾਏਗੀ। ਦੂਸਰੀ ਆਪਸ਼ਨ ਹੈ ਗੁਰਬਾਣੀ। ਗੁਰਬਾਣੀ ਜਿਹੜੀ ਅਸੀਂ ਜਾਣਦੇ ਹਾਂ ਕਿ ਗੁਰਬਾਣੀ ਕੋਈ ਲਿਪੀ ਨਹੀਂ ਆ ਬਲਕਿ ਗੁਰੂਆਂ ਦੀ ਜਿਹੜੀ ਬਾਣੀ ਆ ਉਹਨੂੰ ਅਸੀਂ ਗੁਰਬਾਣੀ ਕਹਿੰਦੇ ਆ ਤੇ ਗੁਰਬਾਣੀ ਨੂੰ ਲਿਖਿਆ ਜਾਂਦਾ ਵਾ ਗੁਰਮੁਖੀ ਦੇ ਵਿੱਚ। ਗੁਰਬਾਣੀ ਲਿਖਣ ਦਾ ਜਿਹੜਾ ਗੁਰਬਾਣੀ ਲਿਖੀ ਗਈ ਆ ਉਹ ਗੁਰਮੁਖੀ ਲਿਪੀ ਚ ਲਿਖੀ ਗਈ ਹੈ, ਇਹਦੀ ਲਿਪੀ ਗੁਰਮੁਖੀ ਆ। ਤਾਂ ਇਹ ਆਪਸ਼ਨ ਵੀ ਜਿਹੜੀ ਹੈ ਸਹੀ ਨਹੀਂ ਬਣ ਰਹੀ। ਤੀਸਰੀ ਇਹਨਾਂ ਨੇ ਦਿੱਤੀ ਹੈ ਸ਼ਾਹਰੀ। ਸ਼ਾਹਰੀ ਜਿਹੜੀ ਲਿਪੀ ਇਹਦੇ ਬਾਰੇ ਕਦੇ ਨਹੀਂ ਸੁਣਿਆ, ਤਾਂ ਇਹ ਆਪਸ਼ਨ ਵੀ ਨਹੀਂ ਬਣ ਰਹੀ। ਤਾਂ ਜਿਹੜੀ ਤੀਸਰੀ ਆਪਸ਼ਨ ਹੈ ਕਿ ਇਹਨਾਂ ਵਿੱਚੋਂ ਕੋਈ ਨਹੀਂ, ਇਹ ਇਹਦੀ ਸਹੀ ਆਪਸ਼ਨ ਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇ ਇਹਨਾਂ ਚੋਂ ਕੋਈ ਨਹੀਂ ਤਾਂ ਸਹੀ ਹੈ ਕੀ ਆ। ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਆ ਉਹ ਲਿਖੀ ਜਾਂਦੀ ਆ ਸ਼ਾਹਮੁਖੀ ਦੇ ਵਿੱਚ। ਉਹਦੇ ਲਈ ਕਿਹੜੀ ਲਿਪੀ ਵਰਤੀ ਜਾਂਦੀ ਹੈ? ਉਹਦੇ ਲਈ ਲਿਪੀ ਵਰਤੀ ਜਾਂਦੀ ਆ ਸ਼ਾਹਮੁਖੀ। ਸਾਰਿਆਂ ਨੇ ਇਹ ਯਾਦ ਰੱਖਣਾ ਵਾ। ਜੇ ਤੁਹਾਨੂੰ ਆਪਸ਼ਨ ਚ ਸਹੀ ਜਿਹੜੀ ਉਹ ਦਿੱਤੀ ਜਾਵੇ ਆਪਸ਼ਨ, ਤਾਂ ਸਹੀ ਆਪਸ਼ਨ ਸ਼ਾਹਮੁਖੀ ਹੋਏਗੀ ਜੋ ਕਿ ਇਹਦੇ ਵਿੱਚ ਨਹੀਂ ਦਿੱਤੀ ਗਈ। ਸੋ ਸ਼ਾਹਮੁਖੀ ਇਹਦੀ ਕਰੈਕਟ ਸਟੇਟਮੈਂਟ ਆ। ਅੱਗੇ ਚੱਲਦੇ ਆ। ਸਾਡਾ ਅਗਲਾ ਸਵਾਲ ਹੈ ਜੀ, ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ। ਸਾਨੂੰ 4 ਆਪਸ਼ਨਸ ਦਿੱਤੀਆਂ ਹੋਈਆਂ ਨੇ। ਜੌਨ ਨਿਊਟਨ, EP ਬੀਜ਼ਮ, ਵਿਲੀਅਮ ਜਾਰਜ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਇਹਨਾਂ ਵਿੱਚੋਂ ਕੋਈ ਨਹੀਂ। ਨਾ ਤਾਂ ਪੰਜਾਬੀ ਦਾ ਵਿਆਕਰਨ ਜਿਹੜਾ ਜੌਨ ਨਿਊਟਨ ਨੇ ਲਿਖਿਆ ਪਹਿਲਾਂ, ਨਾ AP ਬੀਜ਼ਮ ਨੇ, ਨਾ ਵਿਲੀਅਮ ਜਾਰਜ ਨੇ। ਇਹ ਲਿਖਿਆ ਸੀ ਵਿਲੀਅਮ ਕੈਰੀ ਨੇ। ਵਿਲੀਅਮ ਕੈਰੀ ਨਾਮ ਦਾ ਇੱਕ ਬੰਦਾ ਸੀ ਜਿਸਨੇ ਪੰਜਾਬੀ ਭਾਸ਼ਾ ਦਾ ਪਹਿਲਾ ਵਿਆਕਰਨ ਲਿਖਿਆ ਸੀ। ਅਸੀਂ ਜਾਣਦੇ ਹਾਂ ਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਤਾਂ ਉਹਨਾਂ ਨੂੰ ਇੱਕ ਗੱਲ ਸਮਝ ਆ ਗਈ ਕਿ ਜੇ ਅਸੀਂ ਪੰਜਾਬੀਆਂ ਦੇ ਜਾਂ ਜੇ ਅਸੀਂ ਭਾਰਤ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਆ, ਉਹਨਾਂ ਨੂੰ ਆਪਣੇ ਅੰਡਰ ਕਰਨਾ, ਤਾਂ ਸਾਨੂੰ ਪਹਿਲਾਂ ਉਹਨਾਂ ਦੀ ਭਾਸ਼ਾ, ਉਹਨਾਂ ਦੇ ਸੱਭਿਆਚਾਰ ਨੂੰ ਸਮਝਣਾ ਪਊਗਾ। ਤਾਂ ਇਸੇ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ ਪੰਜਾਬੀਆਂ ਦਾ ਤੇ ਪੰਜਾਬੀ ਭਾਸ਼ਾ ਦਾ ਜਿਹੜਾ ਅਧਿਐਨ ਕਰਨਾ ਸ਼ੁਰੂ ਕੀਤਾ। ਇਸੇ ਅਧਿਐਨ ਦੇ ਤਹਿਤ, ਇਸੇ ਅਧਿਐਨ ਨੂੰ ਸੌਖਾ ਕਰਨ ਦੇ ਲਈ ਵਿਲੀਅਮ ਕੈਰੀ ਨੇ ਜਿਹੜੀ ਕਿਤਾਬ ਲਿਖੀ ਸੀ ਉਹ ਲਿਖੀ ਪੰਜਾਬੀ ਦੇ ਪਹਿਲਾ ਵਿਆਕਰਨ ਜਿਹੜਾ ਉਹਨੂੰ ਮੰਨਿਆ ਜਾਂਦਾ। ਤਾਂ ਇਹ ਲਿਖੀ ਕਦੋਂ ਸੀ? ਇਹ ਲਿਖੀ ਸੀ 1811 ਈਸਵੀ ਚ। 1811 ਈਸਵੀ ਦੇ ਵਿੱਚ ਵਿਲੀਅਮ ਕੈਰੀ ਨੇ ਕਿਤਾਬ ਜਿਹੜੀ ਉਹ ਲਿਖਤੀ ਸੀਗੀ। ਇਹੀ ਪੰਜਾਬੀ ਦਾ ਪਹਿਲਾ ਵਿਆਕਰਨ ਜਿਹੜਾ ਹੈ ਉਹ ਹੈ ਪੰਜਾਬੀ ਦੀ ਗ੍ਰਾਮਰ ਨੂੰ ਸਮਝਣ ਦੇ ਲਈ। ਅਗਲਾ ਸਾਡਾ ਪ੍ਰਸ਼ਨ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੀ ਕਿਹੜੀ ਗਿਣਤੀ ਸਹੀ ਹੈ? ਆਪਸ਼ਨਸ ਨੇ ਸਾਡੇ ਕੋਲ। ਨੰਬਰ 1 6 ਗੁਰੂ ਸਾਹਿਬਾਨ, 13 ਭਗਤ, 10 ਭੱਟ, 7 ਗੁਰੂ ਘਰ ਦੇ ਕਵੀ। B ਹੈ 7 ਗੁਰੂ ਸਾਹਿਬਾਨ, 14 ਭਗਤ, 9 ਭੱਟ, 6 ਗੁਰੂ ਘਰ ਦੇ ਕਵੀ। ਤੀਸਰੀ ਆਪਸ਼ਨ ਹੈ 6 ਗੁਰੂ ਸਾਹਿਬਾਨ, 12 ਭਗਤ, 12 ਭੱਟ, 6 ਗੁਰੂ ਘਰ ਦੇ ਕਵੀ। ਚੌਥੀ ਆਪਸ਼ਨ ਹੈ 6 ਗੁਰੂ ਸਾਹਿਬਾਨ, 15 ਭਗਤ, 11 ਭੱਟ, 4 ਗੁਰੂ ਘਰ ਦੇ ਕਵੀ। ਇਹਦੀ ਜਿਹੜੀ ਪਹਿਲੀ ਆਪਸ਼ਨ ਹੈ 6 ਗੁਰੂ ਸਾਹਿਬਾਨ ਤਾਂ ਠੀਕ ਆ ਕਿਉਂਕਿ 6 ਗੁਰੂਆਂ ਦੀ ਬਾਣੀ ਅਸੀਂ ਜਾਣਦੇ ਹਾਂ ਕਿ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਪਹਿਲੇ 5 ਗੁਰੂਆਂ ਦੀ ਬਾਣੀ ਅੰਕਿਤ ਕੀਤੀ ਸੀ ਜਿਹਨੂੰ ਅਸੀਂ ਆਦਿ ਗ੍ਰੰਥ ਕਹਿੰਦੇ ਹਾਂ ਉਹਦੇ ਵਿੱਚ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦੇ ਨੇ ਤਾਂ ਉਹਦੇ ਵਿੱਚ ਇੱਕ ਗੁਰੂ ਸਾਹਿਬਾਨ ਜਿਹੜੇ ਆ ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ ਬਾਣੀ ਨੂੰ ਜੋੜਦੇ ਨੇ ਜਿਹਦੇ ਨਾਲ 6 ਗੁਰੂ ਸਾਹਿਬਾਨ ਬਣਦੇ ਨੇ। ਇੱਥੇ ਆਪਸ਼ਨ ਚ ਦਿੱਤਾ ਹੋਇਆ 13 ਭਗਤ, ਤਾਂ 13 ਭਗਤ ਨਹੀਂ ਸੀ, 15 ਭਗਤ ਸੀ। ਇਸੇ ਤਰ੍ਹਾਂ 10 ਭੱਟ, ਇਹ ਆਪਸ਼ਨ ਵੀ ਨਹੀਂ ਠੀਕ ਕਿਉਂਕਿ ਸਾਨੂੰ ਪਤਾ ਹੈ ਕਿ 11 ਭੱਟਾਂ ਦੀ ਬਾਣੀ ਦਰਜ ਆ।
ਤੇ 7 ਗੁਰੂ ਘਰ ਦੇ ਕਵੀ, ਇਹ ਵੀ ਨਹੀਂ ਠੀਕ ਕਿਉਂਕਿ 4 ਕਵੀ ਸੀ। ਤਾਂ ਕਿਹੜੀ ਆਪਸ਼ਨ ਸਹੀ ਬਣ ਰਹੀ ਹੈ? ਪਹਿਲੇ ਚ ਇਹਦੇ ਚ 14 ਦਿੱਤੇ, ਇਹ ਵੀ ਗਲਤ। 9 6 12 12 6 ਇਹ ਵੀ ਗਲਤ ਆ। ਤਾਂ ਡੀ ਆਪਸ਼ਨ ਜਿਹੜੀ ਆ ਉਹ ਸਹੀ ਆ। 6 ਗੁਰੂ ਸਾਹਿਬਾਨ ਜਿਨ੍ਹਾਂ ਦੀ ਬਾਣੀ ਦਰਜ ਆ, 15 ਭਗਤ ਨੇ, 11 ਭੱਟ ਨੇ ਤੇ 4 ਗੁਰੂ ਘਰ ਦੇ ਕਵੀ ਨੇ। ਟੋਟਲ 36 ਮਹਾਪੁਰਸ਼ਾਂ ਦੀ ਬਾਣੀ ਜਿਹੜੀ ਆ ਉਹ ਦਰਜ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜੇ ਉਹ ਟੋਟਲ ਪੁੱਛ ਲੈਣ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਟੋਟਲ 36 ਮਹਾਪੁਰਸ਼ ਸੀ ਜਿਨ੍ਹਾਂ ਦੀ ਬਾਣੀ ਨੂੰ ਅੰਕਿਤ ਕੀਤਾ ਗਿਆ ਸੀ। ਅੱਗੇ ਚੱਲਦੇ ਹਾਂ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਅੰਤਰ ਪਾਠਾਤਮਕਤਾ ਤੋਂ ਭਾਵ ਹੈ। ਆਪਸ਼ਨਸ ਨੇ ਸਾਡੇ ਕੋਲ, ਪਾਠ ਵਿੱਚ ਪ੍ਰਵਾਹਮਾਨ ਅਨੇਕ ਪਾਠ, ਇੱਕ ਤੋਂ ਵੱਧ ਪਾਠਾਂ ਦਾ ਸੰਗ੍ਰਹਿ, ਪਾਠ ਵਿੱਚ ਪ੍ਰਾਪਤ ਉਪ ਪਾਠਾਂ ਦਾ ਪ੍ਰਬੰਧ, ਅੰਦਰਲੇ ਤੇ ਬਾਹਰਲੇ ਪਾਠ। ਅੰਤਰ ਪਾਠਾਤਮਕਤਾ ਇੰਟਰ ਟੈਕਸਟ ਦੀ ਜਿਹੜੀ ਗੱਲ ਆ ਇਹ ਕਰਦੀ ਹੈ ਜੂਲੀਆ ਕ੍ਰਿਸਤੀਬਾ। ਜੂਲੀਆ ਕ੍ਰਿਸਤੀਬਾ ਜਿਹੜੀ ਇਹ ਭਾਸ਼ਾ ਵਿਗਿਆਨ ਦੇ ਖੇਤਰ ਦੇ ਵਿੱਚ ਇੱਕ ਵੱਡਾ ਨਾਮ ਹੋਇਆ ਤੇ ਇਹਨੇ ਸਾਨੂੰ ਦੱਸਿਆ ਕਿ ਪਾਠ ਨੂੰ ਜਿਹੜਾ ਵਾ ਕਈ ਪੱਧਰਾਂ ਤੇ ਵਾਚਿਆ ਜਾਣਾ ਚਾਹੀਦਾ। ਕਿਸੇ ਵੀ ਟੈਕਸਟ ਨੂੰ ਅਸੀਂ ਇੱਕ ਪਰਤ ਹੀ ਨਹੀਂ ਵਾਚ ਸਕਦੇ, ਇਹਨੂੰ ਕਈ ਪਰਤਾਂ ਦੇ ਅੰਦਰ ਜਿਹੜਾ ਉਹ ਵਾਚਣਾ ਹੁੰਦਾ ਵਾ। ਤਾਂ ਇਹ ਕਹਿੰਦੀ ਹੈ ਕਿ ਜਦੋਂ ਅਸੀਂ ਕਿਸੇ ਪਾਠ ਦਾ ਅਧਿਐਨ ਕਰਦੇ ਹਾਂ, ਕਿਸੇ ਟੈਕਸਟ ਦਾ ਅਧਿਐਨ ਕਰਦੇ ਹਾਂ, ਤਾਂ ਸਾਨੂੰ ਉਹਦੀ ਅੰਤਰ ਪਠਾਤਮਕਤਾ ਨੂੰ ਵੀ ਜਾਂਚਣਾ ਪਊਗਾ। ਅੰਤਰ ਪਠਾਤਮਕਤਾ ਦਾ ਉਹਦਾ ਮਤਲਬ ਆ ਕਿ ਇੱਕ ਪਾਠ ਦੇ ਅੰਦਰ ਅਨੇਕ ਹੋਰ ਪਾਠ ਹੁੰਦੇ ਨੇ। ਮਤਲਬ ਇੱਕ ਪਾਠ ਜਿਹੜੀ ਆ ਉਹਦੀ ਇੱਕ ਪਰਤੀ ਪੇਸ਼ਕਾਰੀ ਨਹੀਂ ਹੁੰਦੀ ਜਾਂ ਉਹਦਾ ਕੋਈ ਇੱਕ ਮੀਨਿੰਗ ਨਹੀਂ ਹੁੰਦਾ, ਬਲਕਿ ਉਹਦੇ ਅੰਦਰ ਹੋਰ ਵੀ ਬਹੁਤ ਸਾਰੇ ਜਿਹੜੇ ਪਾਠ ਆ ਉਹ ਨਿਹਿਤ ਹੁੰਦੇ ਨੇ। ਤਾਂ ਸਾਨੂੰ ਉਹਨਾਂ ਸਾਰਿਆਂ ਦੀ ਜਾਣਕਾਰੀ ਜਿਹੜੀ ਆ ਉਹ ਇਕੱਤਰ ਕਰਨੀ ਚਾਹੀਦੀ ਹੈ ਜਾਂ ਉਹਨਾਂ ਸਾਰਿਆਂ ਨੂੰ ਬਚਣਾ ਚਾਹੀਦਾ। ਇਹਦੇ ਲਈ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਉਹਦਾ ਮੰਨਣਾ ਕਿ ਜਦੋਂ ਕੋਈ ਦਰਸ਼ਕ ਜਾਂ ਜਦੋਂ ਕੋਈ ਰੀਡਰ ਜਿਹੜਾ ਉਹ ਕਿਸੇ ਕਿਤਾਬ ਨੂੰ ਪੜ੍ਹਦਾ ਵਾ ਤਾਂ ਉਹਦਾ ਇੱਕੋ ਮੀਨਿੰਗ ਨਹੀਂ ਕੱਢਦਾ। ਹਰ ਪਾਠਕ ਦਾ ਪੜ੍ਹਨ ਦਾ ਨਜ਼ਰੀਆ, ਹਰ ਟੈਕਸਟ ਨੂੰ ਦੇਖਣ ਦਾ ਨਜ਼ਰੀਆ ਵੱਖਰਾ ਵੱਖਰਾ ਹੁੰਦਾ। ਜ਼ਰੂਰੀ ਨਹੀਂ ਜੋ ਮੈਂ ਉਸ ਟੈਕਸਟ ਚੋਂ ਦੇਖ ਰਹੀ ਹਾਂ ਤੁਸੀਂ ਵੀ ਉਹੀ ਦੇਖੋ। ਤਾਂ ਇਸੇ ਚੀਜ਼ ਨੂੰ ਉਹਨੇ ਅੰਤਰ ਪਠਾਤਮਕਤਾ ਦਾ ਨਾਮ ਦਿੱਤਾ ਕਿ ਇੱਕ ਚੀਜ਼ ਨੂੰ ਹੀ ਨਹੀਂ ਬਲਕਿ ਉਹਦੀਆਂ ਬਹੁਤ ਪਰਤਾਂ ਨੂੰ ਵੀ ਅਸੀਂ ਜਿਹੜਾ ਵਾ ਸਮਝਣਾ ਵਾ। ਤਾਂ ਇਹਦੀ ਜਿਹੜੀ ਆਪਸ਼ਨ ਆ ਉਹ ਸਹੀ ਹੁੰਦੀ ਆ, ਪਾਠ ਵਿੱਚ ਪ੍ਰਵਾਹਮਾਨ ਅਨੇਕ ਪਾਠ। ਪਹਿਲੀ ਆਪਸ਼ਨ ਜਿਹੜੀ ਆ ਉਹ ਸਹੀ ਹੁੰਦੀ ਆ। ਅੱਗੇ ਵਧਦੇ ਹਾਂ। ਅਗਲਾ ਸਾਡਾ ਸਵਾਲ ਹੈ, ਦਈ ਬੇ ਬਾਵਲਾ ਉਸ ਘਰੇ ਡੈਸ਼ ਕੀ ਹੈ? ਨੰਬਰ 1 ਘੋੜੀ, ਨੰਬਰ 2 ਸਿੱਠਣੀ, ਨੰਬਰ 3 ਸੁਹਾਗ, ਨੰਬਰ 4 ਸਿੱਖਿਆ। ਘੋੜੀ ਅਸੀਂ ਜਾਣਦੇ ਹਾਂ ਕਿ ਘੋੜੀਆਂ ਦਿੱਤੀਆਂ ਜਾਂਦੀਆਂ ਨੇ ਜਦੋਂ ਮੁੰਡੇ ਦਾ ਵਿਆਹ ਹੁੰਦਾ। ਮੁੰਡੇ ਦੇ ਵਿਆਹ ਦੇ ਉੱਤੇ ਗਾਏ ਜਾਣ ਵਾਲੇ ਗੀਤਾਂ ਨੂੰ ਅਸੀਂ ਘੋੜੀਆਂ ਜਾਂ ਘੋੜੀ ਕਹਿੰਦੇ ਆ। ਸਿੱਠਣੀ ਹੁੰਦੀ ਆ ਜਦੋਂ ਦੋ ਧਿਰਾਂ ਆਮੋ ਸਾਹਮਣੇ ਹੁੰਦੀਆਂ ਨੇ ਤੇ ਉਹਨਾਂ ਨੂੰ ਤਾਨੇ ਮੇਣੇ ਮਸਕਰੀ ਵਾਲਾ ਜਿਹੜਾ ਇਹ ਕਾਵਿ ਰੂਪ ਆ, ਜਦੋਂ ਅਸੀਂ ਕਿਸੇ ਨੂੰ ਠਿੱਠ ਕਰਨੀ ਹੋਵੇ, ਮਸ਼ਕਰੀ ਕਰਨੀ ਹੋਵੇ, ਉਹਦਾ ਮਜ਼ਾਕ ਉਡਾਉਣਾ ਹੋਵੇ ਤਾਂ ਉਦੋਂ ਜਿਹੜੀਆਂ ਸਿੱਠਣੀਆਂ ਦਿੱਤੀਆਂ ਜਾਂਦੀਆਂ। ਸਿੱਠਣੀ ਉਦੋਂ ਦਿੱਤੀ ਜਾਂਦੀ ਆ ਜਦੋਂ ਨਾਨਕੇ ਦਾਦਕੇ ਆਮੋ ਸਾਹਮਣੇ ਹੋਣ। ਅਸੀਂ ਸੁਣੇ ਹੋਣਾ, ਇਹਨਾਂ ਨਾਨਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ, ਇਹਨਾਂ ਨਾਨਕੀਆਂ ਨੂੰ ਕੱਢੋ ਦਲਾਨੋਂ ਬਾਹਰ। ਇਹ ਸਾਰੀਆਂ ਸਿੱਠਣੀਆਂ ਨੇ। ਜਾਂ ਫਿਰ ਲਾੜੇ ਦੇ ਪਰਿਵਾਰ ਨੂੰ ਲਾੜੀ ਦੇ ਪਰਿਵਾਰ ਵੱਲੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ, ਮਸਕਰੀਆਂ ਕੀਤੀਆਂ ਜਾਂਦੀਆਂ, ਉਹਨੂੰ ਸਿੱਠਣੀ ਕਹਿੰਦੇ ਆ। ਤੀਸਰਾ ਹੈ ਸੁਹਾਗ। ਤੀਸਰੀ ਆਪਸ਼ਨ ਇਹਨਾਂ ਨੇ ਸੁਹਾਗ ਦਿੱਤੀ ਹੈ। ਸੁਹਾਗ ਹੁੰਦਾ ਜਦੋਂ ਕੁੜੀ ਵਾਲੇ ਪੱਖ ਵਾਲੇ ਜਿਹੜੇ ਗੀਤ ਗਾਉਂਦੇ ਆ, ਵਿਆਹ ਦੇ ਗੀਤ, ਕੁੜੀ ਦੇ ਵੱਲੋਂ ਜਿਹੜੇ ਗੀਤ ਗਾਏ ਜਾਂਦੇ ਆ ਉਹਨਾਂ ਨੂੰ ਅਸੀਂ ਸੁਹਾਗ ਕਹਿੰਦੇ ਆ। ਤੇ ਸਿੱਖਿਆ ਹੁੰਦੀ ਆ। ਇਹ ਸਿੱਖਿਆ ਜਿਹੜੀ ਆ ਹੁਣ ਇਹਦਾ ਰਿਵਾਜ ਘਟ ਗਿਆ, ਪਰ ਪਹਿਲਾਂ ਇਹ ਹੁੰਦਾ ਸੀ ਕਿ ਜਦੋਂ ਕੁੜੀ ਦੀ ਡੋਲੀ ਤੁਰਨ ਤੋਂ ਪਹਿਲਾਂ ਜਾਂ ਲਾਵਾਂ ਤੋਂ ਬਾਅਦ ਇੱਕ ਘਰ ਦਾ ਕੋਈ ਛੋਟਾ ਬੱਚਾ ਜਿਹੜਾ ਉੱਠ ਕੇ ਸਿੱਖਿਆ ਪੜ੍ਹਦਾ ਸੀਗਾ, ਉਹਦੇ ਵਿੱਚ ਕੁੜੀ ਨੂੰ ਇਹ ਦੱਸਿਆ ਜਾਂਦਾ ਸੀ ਕਿ ਉਹਨੂੰ ਕੀ ਕੀ ਕਰਨਾ ਚਾਹੀਦਾ ਤੇ ਕੀ ਕੀ ਨਹੀਂ ਕਰਨਾ ਚਾਹੀਦਾ। ਉਹਨੂੰ ਮਤਲਬ ਇੱਕ ਤਰ੍ਹਾਂ ਦੇ ਨਾਲ ਉਹਨੂੰ ਨਿਜਤ ਜਿਹੜੀ ਇੱਕ ਲਿਸਟ ਤਿਆਰ ਕੀਤੀ ਜਾਂਦੀ ਸੀ ਕਿ ਇਹ ਚੀਜ਼ਾਂ ਤੈਨੂੰ ਸਹੁਰੇ ਘਰ ਚ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਊਗਾ, ਇਹਨਾਂ ਨਿਯਮਾਂ ਨੂੰ ਤੈਨੂੰ ਫੋਲੋ ਕਰਨਾ ਪਊਗਾ। ਤੇ ਕੁੜੀ ਵਾਲੇ ਪੱਖ ਵੱਲੋਂ ਹੀ ਦਿੱਤੀ ਜਾਂਦੀ ਸੀ ਸਿੱਖਿਆ। ਤਾਂ ਦਈ ਬੇ ਬਾਵਲਾ ਉਸ ਘਰੇ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸੁਹਾਗ ਆ, ਕਿਉਂਕਿ ਇਹ ਕੁੜੀ ਵੱਲੋਂ ਆ, ਕੁੜੀ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਦਾ ਜਿਹੜਾ ਸਾਹਿਤ ਆ ਉਹ ਸੁਹਾਗ ਹੀ ਆ। ਇਸ ਲਈ ਇਹਦਾ ਸਹੀ ਉੱਤਰ ਸੁਹਾਗ ਆ। ਇਹ ਕੰਨਿਆ ਪੱਖ ਵੱਲੋਂ ਬੋਲੀ ਜਾ ਰਹੀ ਜਿਹੜੀ ਗੀਤ ਆ, ਦਈ ਬੇ ਬਾਵਲਾ ਉਸ ਘਰੇ ਜਿੱਥੇ ਸੱਸ ਭਲੀ ਸਹੁਰਾ ਪ੍ਰਧਾਨ ਹੋਵੇ, ਇਹ ਵਾਲੀ ਜਿਹੜੀ ਲੋਕ ਗੀਤ ਆ, ਇਹ ਸੁਹਾਗ ਦੀ ਕੈਟਾਗਰੀ ਚ ਆਉਂਦਾ। ਅਗਲਾ ਸਾਡਾ ਸਵਾਲ ਹੈ, ਸੂਫੀ ਦੀ ਲੱਛਣਿਕ ਵਿਸ਼ੇਸ਼ਤਾ ਹੈ। ਆਪਸ਼ਨਸ ਨੇ ਸਾਡੇ ਕੋਲ, ਕਾਲੀ ਉੱਨ ਦੇ ਵਸਤਰ, ਰੱਬ ਦੀ ਰਜ਼ਾ ਪਹਿਲੀ ਪੰਕਤੀ। ਦੂਸਰੀ ਆਪਸ਼ਨ ਹੈ ਇਸ਼ਕ ਮਜਾਜੀ, ਦੇਹਧਾਰੀ ਗੁਰੂ, ਗ੍ਰਸਤੀ ਜੀਵਨ। ਨੰਬਰ 3 ਪਵਿੱਤਰ ਰੂਹ, ਨਮਾਜ਼ ਰੋਜ਼ਾ। ਨੰਬਰ 4 ਸ਼ਰੀਅਤ ਪਾਲਣਾ, ਹਜ, ਸ਼ੋਖ ਰੰਗ ਦੇ ਵਸਤਰ।
ਤਾਂ ਇਹਦੀ ਮੈਂ ਪਹਿਲਾਂ ਤੁਹਾਨੂੰ ਸਹੀ ਆਪਸ਼ਨ ਦੱਸ ਦਿੰਨੀ ਆ। ਇਹਦੀ ਸਹੀ ਆਪਸ਼ਨ ਹੈ ਜੀ ਏ, ਇਹਦਾ ਸਹੀ ਉੱਤਰ ਆ। ਪਰ ਇਹ ਸਹੀ ਉੱਤਰ ਕਿਉਂ ਆ ਤੇ ਬਾਕੀ ਗਲਤ ਕਿਉਂ ਆ, ਇਹਦੇ ਬਾਰੇ ਵੀ ਅਸੀਂ ਡਿਸਕਸ ਕਰ ਲੈਂਦੇ ਹਾਂ, ਕਿਉਂਕਿ ਸਾਨੂੰ ਹਰ ਚੀਜ਼ ਜਿਹੜੀ ਆ ਉਹ ਪਤਾ ਹੋਣੀ ਚਾਹੀਦੀ ਆ। ਤਾਂ ਪਹਿਲਾਂ ਆਪਾਂ ਬੀ ਤੋਂ ਸ਼ੁਰੂ ਕਰਦੇ ਹਾਂ, ਗਲਤ ਤੋਂ ਸ਼ੁਰੂ ਕਰਦੇ ਹਾਂ। ਪਹਿਲੀ ਆਪਸ਼ਨ ਸਾਨੂੰ ਜਿਹੜੀ ਦੂਸਰੀ ਆਪਸ਼ਨ ਦਿੱਤੀ ਹੈ, ਇਸ਼ਕ ਮਜਾਜੀ ਦੇਹਧਾਰੀ ਗੁਰੂ ਗ੍ਰਸਤੀ ਜੀਵਨ। ਤਾਂ ਇੱਥੇ ਜਿਹੜਾ ਇਸ਼ਕ ਮਜਾਜੀ ਦਿੱਤਾ ਹੈ ਬਿਲਕੁਲ ਗਲਤ ਆ। ਇਸ਼ਕ ਮਜਾਜੀ ਮੈਂ ਤੁਹਾਨੂੰ ਦੱਸਦਾ ਕਿ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਇਸ਼ਕ ਜਿਹੜੇ ਉਹ ਮੰਨੇ ਗਏ ਆ। ਇੱਕ ਹੈ ਇਸ਼ਕ ਮਜਾਜੀ ਤੇ ਦੂਜਾ ਹੈ ਇਸ਼ਕ ਹਕੀਕੀ। ਇਸ਼ਕ ਮਜਾਜੀ ਹੁੰਦਾ ਸੰਸਾਰਿਕ ਪਿਆਰ, ਉਹ ਕੋਈ ਵੀ ਪਿਆਰ ਹੋ ਸਕਦਾ, ਚਾਹੇ ਉਹ ਕੁੜੀ ਮੁੰਡੇ ਦਾ ਆਪਸ ਚ ਪਿਆਰ ਹੋਵੇ, ਪਤੀ ਪਤਨੀ ਦਾ ਪਿਆਰ ਹੋਵੇ, ਮਾਤਾ ਪਿਤਾ ਦਾ ਤੁਹਾਡੇ ਨਾਲ ਪਿਆਰ ਹੋਵੇ। ਇਸ ਤਰ੍ਹਾਂ ਦਾ ਹਰ ਤਰ੍ਹਾਂ ਦਾ ਜਿਹੜਾ ਪਿਆਰ ਆ ਉਹ ਇਸ਼ਕ ਮਜਾਜੀ ਦੀ ਕੈਟਾਗਰੀ ਦੇ ਵਿੱਚ ਆਉਂਦਾ ਵਾ। ਇਹਨੂੰ ਅਸੀਂ ਇਸ਼ਕ ਮਜਾਜੀ ਕਹਿੰਦੇ ਆ। ਤੇ ਇਸ਼ਕ ਹਕੀਕੀ ਹੁੰਦਾ ਆਤਮਾ ਤੇ ਪਰਮਾਤਮਾ ਦਾ ਪਿਆਰ। ਅਸੀਂ ਜਾਣਦੇ ਹਾਂ ਕਿ ਜਿਹੜਾ ਸੂਫੀ ਕਾਵ ਆ ਜਾਂ ਸੂਫੀ ਕਵੀ ਨੇ, ਇਹਨਾਂ ਨੇ ਹਮੇਸ਼ਾ ਇਸ਼ਕ ਹਕੀਕੀ ਦੀ ਗੱਲ ਕੀਤੀ ਆ, ਜਿਹੜਾ ਕਿ ਆਤਮਾ ਤੇ ਪਰਮਾਤਮਾ ਦੇ ਪਿਆਰ ਦੀ ਗੱਲ ਕਰਦੇ ਆ ਇਹ। ਇਸ ਕਰਕੇ ਇਸ਼ਕ ਮਜਾਜੀ ਵਾਲੀ ਜਿਹੜੀ ਇਹ ਆਪਸ਼ਨ ਇਹਦੇ ਵਿੱਚ ਦਿੱਤੀ ਹੋਣ ਕਰਕੇ ਇਹ ਜਿਹੜਾ ਹੈ ਗਲਤ ਹੋ ਜਾਂਦੀ ਹੈ ਇਹ ਆਪਸ਼ਨ। ਅਗਲੀ ਆਪਸ਼ਨ ਹੈ ਪਵਿੱਤਰ ਰੂਹ, ਨਮਾਜ਼, ਰੋਜ਼ਾ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਜਿਹੜੇ ਸਾਡੇ ਸੂਫੀ ਕਵੀ ਹੋਇਆ, ਕਿਉਂਕਿ ਇਹਨਾਂ ਨੇ ਸੂਫੀ ਦੀ ਲੱਛਣਿਕ ਵਿਸ਼ੇਸ਼ਤਾ ਪੁੱਛੀ ਆ, ਤਾਂ ਉਹ ਨਮਾਜ਼ ਰੱਖਣ ਦੇ ਵਿੱਚ, ਨਮਾਜ਼ ਪੜ੍ਹਨ ਦੇ ਵਿੱਚ, ਜਾਂ ਰੋਜ਼ਾ ਹੁੰਦਾ ਵਰਤ ਰੱਖਣਾ, ਵਰਤ ਰੱਖਣ 'ਚ ਯਕੀਨ ਨਹੀਂ ਸੀ ਕਰਦੇ। ਜੇ ਤੁਸੀਂ ਬੁੱਲੇ ਸ਼ਾਹ ਦੀ ਕਾਫੀ ਪੜ੍ਹੋ ਤਾਂ ਉਹ ਕਹਿੰਦਾ ਕਿ ਪੱਠ ਨਮਾਜ਼ਾਂ ਚਿੱਕੜ ਰੋਜ਼ੇ ਕਲਮੇ ਤੇ ਫਿਰ ਗਈ ਸਿਆਹੀ, ਬੁੱਲੇ ਸ਼ਾਹ ਰੱਬ ਅੰਦਰੋਂ ਮਿਲਿਆ ਭੁੱਲੀ ਫਿਰੇ ਖੁਦਾਈ। ਤਾਂ ਇਸ ਕਰਕੇ ਇਹ ਆਪਸ਼ਨ ਵੀ ਜਿਹੜੀ ਆ ਉਹ ਸਹੀ ਨਹੀਂ ਬੈਠਦੀ, ਕਿਉਂਕਿ ਸਾਰੇ ਜਿਹੜੇ ਆ ਉਹ ਇਹਨਾਂ ਚੀਜ਼ਾਂ ਦੀ ਪਾਲਣਾ ਨਹੀਂ ਕਰਦੇ ਸੀ। ਅਗਲਾ ਹੈ ਸ਼ਰੀਅਤ ਪਾਲਣਾ, ਹੱਜ, ਸ਼ੋਖ ਰੰਗ ਦੇ ਬਸਤਰ। ਇਹ ਆਪਸ਼ਨ ਵੀ ਬਿਲਕੁਲ ਠੀਕ ਨਹੀਂ ਹੈ। ਕਿਉਂ ਨਹੀਂ ਠੀਕ? ਕਿਉਂਕਿ ਸ਼ਰੀਅਤ ਪਾਲਣਾ, ਮੈਂ ਤੁਹਾਨੂੰ ਜੇ ਸਹੀ ਦੱਸਾਂ, ਇਹ ਦੋ ਇਹਨਾਂ ਨੇ ਸੇਮ ਜੀਆਂ ਆਪਸ਼ਨਸ ਦਿੱਤੀਆਂ ਨੇ। ਦੋ ਤਰ੍ਹਾਂ ਦੇ ਸੂਫੀ ਹੋਇਆ ਸਾਡੀ ਸੂਫੀ ਕਾਵਧਾਰਾ ਦੇ ਵਿੱਚ। ਇੱਕ ਨੂੰ ਅਸੀਂ ਬੇਸ਼ਰਾ ਸੂਫੀ ਕਹਿੰਦੇ ਆ, ਇੱਕ ਨੂੰ ਅਸੀਂ ਬਾਸ਼ਰਾ ਸੂਫੀ ਕਹਿੰਦੇ ਆ। ਬਾਸ਼ਰਾ ਸੂਫੀ ਉਹ ਹੁੰਦੇ ਨੇ ਜਿਹੜੇ ਸ਼ਰੀਅਤ ਦੀ ਪਾਲਣਾ ਕਰਦੇ ਨੇ। ਸ਼ਰੀਅਤ ਕੀ ਆ? ਸ਼ਰੀਅਤ ਅਸਲ ਦੇ ਵਿੱਚ ਪਹਿਲਾ ਪੜਾਅ ਆ ਸੂਫੀਆਂ ਦਾ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਸਾਨੂੰ ਸਾਰੇ ਦੇ ਸਾਰੇ ਜਿਹੜੇ ਰੂਲ ਨੇ ਉਹ ਫੋਲੋ ਕਰਨੇ ਪੈਣਗੇ। ਇਸਲਾਮ ਦੇ ਜਿੰਨੇ ਵੀ ਨਿਯਮ ਨੇ ਉਹਨਾਂ ਨੂੰ ਸ਼ਰੀਅਤ ਕਹਿੰਦੇ ਨੇ, ਜਿਵੇਂ 5 ਵਕਤ ਨਮਾਜ਼ ਪੜ੍ਹਨਾ, ਰੋਜ਼ੇ ਰੱਖਣੇ, ਦਾਨ ਦੇਣਾ, ਵਰਤ ਰੱਖਣੇ, ਇਸ ਤੋਂ ਇਲਾਵਾ ਕੁਰਾਨ ਸ਼ਰੀਫ ਦੇ ਕਲਮੇ ਤੇ ਭਰੋਸਾ ਕਰਨਾ। ਇਹ ਸਾਰੀਆਂ ਜਿੰਨੀਆਂ ਵੀ ਮਤਲਬ ਨਿਯਮਾਵਲੀ ਆ, ਇਹਨਾਂ ਸਾਰੀਆਂ ਦਾ ਜਿਹੜੀ ਪਾਲਣਾ ਕਰਦਾ ਵਾ ਉਹਨੂੰ ਅਸੀਂ ਕਹਿੰਦੇ ਆ ਬਾਸ਼ਰਾ ਸੂਫੀ। ਬਾਸ਼ਰਾ ਸੂਫੀ ਤੋਂ ਇਲਾਵਾ ਕੁਝ ਸੂਫੀ ਉਹ ਸੀ ਜਿਨ੍ਹਾਂ ਨੂੰ ਅਸੀਂ ਬੇਸ਼ਰਾ ਸੂਫੀ ਕਹਿੰਦੇ ਆ। ਬੇਸ਼ਰਾ ਸੂਫੀ ਉਹ ਸੀ ਜਿਹੜੇ ਕਹਿੰਦੇ ਕਿ ਸਾਨੂੰ ਕੋਈ ਲੋੜ ਨਹੀਂ 5 ਵਕਤ ਨਮਾਜ਼ ਪੜ੍ਹਨ ਦੀ, ਸਾਨੂੰ ਰੋਜ਼ੇ ਰੱਖਣ ਦੀ ਵੀ ਲੋੜ ਨਹੀਂ, ਜੋ ਸ਼ਰੀਅਤ ਦੀ ਪਾਲਣਾ ਨਹੀਂ ਕਰਦੇ ਸੀ। ਜੇ ਅਸੀਂ ਪੰਜਾਬੀ ਸੂਫੀਆਂ ਦੀ ਗੱਲ ਕਰੀਏ ਤਾਂ ਬਾਬਾ ਫਰੀਦ ਜੀ ਬਾਸ਼ਰਾ ਸੂਫੀ ਨੇ, ਜਿਨ੍ਹਾਂ ਨੇ ਸ਼ਰੀਅਤ ਦੀਆਂ ਸਾਰੀਆਂ ਜਿਹੜੀਆਂ ਨਿਯਮ ਨੇ ਉਹਨਾਂ ਨੂੰ ਮੰਨਿਆ। ਤੇ ਬੁੱਲੇ ਸ਼ਾਹ ਸਾਡਾ ਬੇਸ਼ਰਾ ਸੂਫੀ ਬਣਦਾ, ਕਿਉਂਕਿ ਉਹਨੇ ਕਿਸੇ ਵੀ ਗੱਲ ਨੂੰ ਜਿਹੜਾ ਨਹੀਂ ਮੰਨਿਆ। ਉਹ ਕਹਿੰਦਾ ਕਿ ਧਰਮਸ਼ਾਲ ਤੜਵਾਈ ਵਸਦੇ, ਠਾਕਰ ਦੁਆਰੇ ਠੱਗ, ਵਿੱਚ ਮਸੀਤੀ ਵਸਣ ਕਸਾਈ, ਆਸ਼ਕ ਰਹਿਣ ਅਲੱਗ। ਤਾਂ ਉਹਨੇ ਜਿਹੜਾ ਵਾ ਉਹ ਸ਼ਰੀਅਤ ਦੀ ਪਾਲਣਾ ਨਹੀਂ ਕੀਤੀ। ਇਸ ਕਰਕੇ ਤਿੰਨੇ ਆਪਸ਼ਨਾਂ ਜਿਹੜੀਆਂ ਉਹ ਗਲਤ ਬਣਦੀਆਂ ਨੇ, ਕਿਉਂਕਿ ਇਹ ਇੱਕ ਸੂਫੀ ਦੇ ਲੱਛਣ ਨਹੀਂ ਹੈ। ਇਹਨਾਂ ਚੋਂ ਬਹੁਤ ਸਾਰੇ ਸੂਫੀ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਸੀ। ਹੁਣ ਸਾਡੇ ਕੋਲੇ ਇਹ ਕਿਉਂ ਸਹੀ ਆ? ਪਹਿਲੀ ਆਪਸ਼ਨ ਕਾਲੀ ਉੱਨ ਦੇ ਬਸਤਰ ਪਹਿਲਾਂ ਸਾਨੂੰ ਦਿੱਤਾ ਹੋਇਆ। ਅਸੀਂ ਜਾਣਦੇ ਹਾਂ ਕਿ ਜਿਹੜਾ ਸੂਫੀ ਆ ਇਹ ਸੂਫ ਧਾਤੂ ਤੋਂ ਨਿਕਲਿਆ ਹੋਇਆ ਸ਼ਬਦ ਆ। ਇਹਦਾ ਮਤਲਬ ਹੀ ਹੁੰਦਾ ਉੱਨ ਦੇ ਕੱਪੜੇ। ਸੂਫ ਦਾ ਮਤਲਬ ਹੀ ਉੱਨ ਦਾ ਮੋਟਾ ਕੱਪੜਾ ਵਾ। ਤਾਂ ਜਿਹੜੇ ਸੂਫੀ ਸੀਗੇ ਉਹ ਕਾਲੀ ਉੱਨ ਦੇ ਵਸਤਰ ਜਾਨੀ ਕਿ ਕੱਪੜੇ ਪਾਉਂਦੇ ਸੀਗੇ, ਜਿਹਦੇ ਕਰਕੇ ਉਹਨਾਂ ਨੂੰ ਸੂਫੀ ਕਿਹਾ ਜਾਣ ਲੱਗਿਆ ਸੀ। ਰੱਬ ਦੀ ਰਜ਼ਾ, ਫਿਰ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਵੀ ਜਿਹੜਾ ਇਹਨਾਂ ਦਾ ਮੁੱਖ ਕੰਮ ਸੀ। ਇਹ ਰੱਬ ਦੀ ਰਜ਼ਾ ਦੇ ਵਿੱਚ ਹਮੇਸ਼ਾ ਰਾਜ਼ੀ ਰਹਿੰਦੇ ਸੀਗੇ, ਹਮੇਸ਼ਾ ਰੱਬ ਨੂੰ ਮੰਨਦੇ ਸੀ, ਰੱਬ ਦੇ ਭਾਣੇ 'ਚ ਰਹਿੰਦੇ ਸੀ। ਤੇ ਤੀਸਰਾ ਹੈ ਪਹਿਲੀ ਪੰਕਤੀ। ਹੁਣ ਇਹ ਪਹਿਲੀ ਪੰਕਤੀ ਕੀ ਆ? ਪਹਿਲੀ ਪੰਕਤੀ ਕੀ ਆ ਕਿ ਇਹ ਮੰਨਿਆ ਜਾਂਦਾ ਕਿ ਸੂਫੀ 3 ਡੈਫੀਨੇਸ਼ਨਸ ਨੇ ਸਾਡੇ ਕੋਲੇ ਜਿਹਦੇ ਤੋਂ ਸੂਫੀ ਬਣਦਾ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਉੱਨ ਦੇ ਮੋਟੇ ਕੱਪੜੇ। ਦੂਜਾ ਹੈ ਸਫ। ਸਫ ਦਾ ਮਤਲਬ ਹੁੰਦਾ ਕਤਾਰ ਜਾਂ ਪਹਿਲੀ ਪੰਕਤੀ, ਹੈ ਨਾ। ਉਹ ਲੋਕ ਜਿਹੜੇ ਮੱਕੇ ਮਦੀਨੇ ਜਾ ਕੇ ਪਹਿਲੀ ਪੰਕਤੀ ਦੇ ਵਿੱਚ ਖੜ ਕੇ ਨਮਾਜ਼ ਅਦਾ ਕਰਦੇ ਸੀ, ਉਹਨਾਂ ਨੂੰ ਸੂਫੀ ਕਿਹਾ ਜਾਣ ਲੱਗ ਗਿਆ ਸੀ। ਹੁਣ ਮੈਂ ਨਾਲ ਦੀ ਨਾਲ ਤੀਸਰਾ ਵੀ ਦੱਸ ਦਿੰਨੀ ਆ। ਤੀਸਰਾ ਜਿਹੜਾ ਵਾ ਇੱਕ ਬਹੁਤ ਵੱਡਾ ਸੂਫੀਆਂ ਦਾ ਵਿਦਵਾਨ ਹੋਇਆ ਜਿਹਦਾ ਨਾਂ ਸੀ ਅਲਕ ਸ਼ਾਇਰੀ।
अबुल कासिम अलकशायरी पूरा नाम। ਉਹਨੇ ਦੱਸਿਆ, ਉਹਨੇ ਇੱਕ ਰਿਸਾਲਾ ਨਾਮ ਦੀ ਕਿਤਾਬ ਲਿਖੀ ਜਿਹਦੇ ਵਿੱਚ ਉਹ ਸੂਫੀ ਦਾ ਮੀਨਿੰਗ ਦੱਸਦਾ। ਉਹਦੇ ਵਿੱਚ ਉਹ ਦੱਸਦਾ ਕਿ ਸੂਫੀ ਜਿਹੜਾ ਹੈ ਸਵਫ ਧਾਤੂ ਤੋਂ ਨਿਕਲਿਆ, ਜਿਹਦਾ ਮਤਲਬ ਹੁੰਦਾ ਪਵਿੱਤਰ ਬਣਾਉਣਾ, ਸਾਫ਼ ਕਰਨਾ। ਤਾਂ ਉਹ ਲੋਕ ਜਿਨ੍ਹਾਂ ਨੇ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਮਾਰ ਕੇ, ਉਹਨਾਂ ਦਾ ਸੰਸ਼ੋਧਨ ਕਰਕੇ, ਆਪਣੇ ਮਨ ਨੂੰ ਸਾਫ਼ ਕਰਕੇ ਪਰਮਾਤਮਾ ਦੀ ਭਗਤੀ ਦੇ ਨਾਲ ਜੋੜ ਲਿਆ, ਉਹਨਾਂ ਨੂੰ ਸੂਫੀ ਕਿਹਾ ਜਾਣ ਲੱਗਿਆ। ਤਾਂ ਸਾਡੇ ਕੋਲ ਤਿੰਨ ਮੀਨਿੰਗ ਜਿਹੜੇ ਨਿਕਲਦੇ ਆ। ਇੱਕ ਤਾਂ ਕਾਲੀ ਉਹਨਾਂ ਦੇ ਵਸਤਰ, ਦੂਜਾ ਪਹਿਲੀ ਪੰਕਤੀ ਜਾਨੀ ਕਿ ਪਹਿਲੀ ਕਤਾਰ ਦੇ ਵਿੱਚ ਨਮਾਜ਼ ਅਦਾ ਕਰਨ ਵਾਲੇ, ਤੇ ਤੀਸਰਾ ਜਿਹੜਾ ਮੈਂ ਤੁਹਾਨੂੰ ਇੱਕ ਵਿਦਵਾਨ ਦੇ ਅਕੋਰਡਿੰਗ ਦੱਸਿਆ। ਤੇ ਰੱਬ ਦੀ ਰਜ਼ਾ ਇਹਨਾਂ ਦਾ ਮੁੱਖ ਕਨਸੈਪਟ ਸੀ। ਇਹ ਕਦੇ ਵੀ ਪਰਮਾਤਮਾ ਤੋਂ ਬਾਹਰ ਹੀ ਨਹੀਂ ਹੁੰਦੇ ਸੀ, ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਰਹਿੰਦੇ ਸੀ। ਇਸ ਕਰਕੇ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਬੈਠਦੀ ਹੈ। ਚੱਲਦੇ ਹਾਂ ਸਾਡੇ ਅਗਲੇ ਸਵਾਲ ਵੱਲ। ਸਾਡਾ ਅਗਲਾ ਪ੍ਰਸ਼ਨ ਹੈ, ਸਾਹਿਤ ਇਤਿਹਾਸ ਵਿੱਚ ਵਧੇਰੇ ਮਹੱਤਵਪੂਰਨ ਹੈ। ਨੰਬਰ 1 ਭਾਸ਼ਾਈ ਤੱਥ, ਨੰਬਰ 2 ਇਤਿਹਾਸਿਕ ਤੱਥ, ਨੰਬਰ 3 ਸਮਾਜਿਕ ਤੱਥ, ਨੰਬਰ 4 ਸਾਹਿਤਿਕ ਤੱਥ। ਇਹ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੋਵੇਗਾ। ਇਹਨਾਂ ਨੇ ਕਿਹਾ ਸਾਹਿਤ ਇਤਿਹਾਸ ਦੇ ਵਿੱਚ, ਜਦੋਂ ਜੇ ਤਾਂ ਕੱਲੇ ਇਤਿਹਾਸ ਦੀ ਗੱਲ ਹੋ ਰਹੀ ਹੁੰਦੀ ਤਾਂ ਇਤਿਹਾਸਿਕ ਤੱਥ ਵਾਲਾ ਜਿਹੜੀ ਆਪਸ਼ਨ ਉਹ ਸਹੀ ਹੋ ਜਾਣੀ ਸੀਗੀ, ਪਰ ਕਿਉਂਕਿ ਇੱਥੇ ਸਾਹਿਤ ਇਤਿਹਾਸ ਦੀ ਗੱਲ ਜਿਹੜੀ ਆ ਹੋ ਰਹੀ ਆ, ਤਾਂ ਇਹਦਾ ਜਿਹੜਾ ਸਹੀ ਉੱਤਰ ਆਏਗਾ ਉਹ ਆਏਗਾ ਸਾਹਿਤਿਕ ਤੱਥ। ਜੇ ਸਾਹਿਤਿਕ ਤੱਥ ਸਹੀ ਹੋਣਗੇ ਤਾਂ ਹੀ ਅਸੀਂ ਸਾਹਿਤ ਦੀ ਇਤਿਹਾਸਕਾਰੀ ਜਿਹੜੀ ਆ ਉਹ ਕਰ ਸਕਦੇ ਹਾਂ। ਤਾਂ ਆਹ ਚੀਜ਼ਾਂ ਤਾਂ ਮੇਨ ਹੈ ਹੀ, ਭਾਸ਼ਾਈ ਤੱਥ ਵੀ ਸਹੀ ਹੋਣੇ ਚਾਹੀਦੇ ਆ, ਇਤਿਹਾਸਿਕ ਤੱਥ ਵੀ ਸਹੀ ਹੋਣੇ ਚਾਹੀਦੇ ਆ, ਸਮਾਜਿਕ ਤੱਥ ਵੀ ਸਹੀ ਹੋਣੇ ਚਾਹੀਦੇ ਆ, ਪਰ ਸਭ ਤੋਂ ਜ਼ਰੂਰੀ ਵੱਧ ਮਹੱਤਵਪੂਰਨ ਕੀ ਆ? ਸਾਹਿਤਿਕ ਤੱਥ। ਪਹਿਲਾਂ ਟੈਕਸਟ ਦਾ ਸਾਹਿਤਿਕ ਹੋਣਾ ਜਾਂ ਲਿਟਰੇਰੀ ਹੋਣਾ ਜ਼ਰੂਰੀ ਆ। ਇਸ ਤਰ੍ਹਾਂ ਦੇ ਸਵਾਲਾਂ 'ਚ ਕਨਫਿਊਜ਼ ਨਹੀਂ ਹੋਣਾ, ਤੁਸੀਂ ਇਹ ਦੇਖਣਾ ਕਿ ਜ਼ਿਆਦਾ ਜ਼ਰੂਰੀ ਕੀ ਆ। ਅਗਲਾ ਪ੍ਰਸ਼ਨ ਹੈ, ਕਿਹੜਾ ਕ੍ਰਮ ਸਹੀ ਨਹੀਂ ਹੈ? ਨੰਬਰ 1 ਦਮੋਦਰ, ਪੀਲੂ, ਮੁਕਬਲ, ਵਾਰਿਸ। ਨੰਬਰ 2 ਹਾਫਿਜ਼ ਬਰਖੁਰਦਾਰ, ਪੀਲੂ, ਅਹਿਮਦ ਯਾਰ, ਹਾਸ਼ਮ। ਨੰਬਰ 3 ਮੁਕਬਲ, ਵਾਰਿਸ, ਹਾਸ਼ਮ, ਕਾਦਰ ਯਾਰ। ਨੰਬਰ 4 ਪੀਲੂ, ਹਾਫਿਜ਼ ਬਰਖੁਰਦਾਰ, ਵਾਰਿਸ ਤੇ ਹਾਸ਼ਮ। ਪਹਿਲਾ ਵੀ ਠੀਕ ਆ, ਕਿਉਂਕਿ ਦਮੋਦਰ ਸਭ ਤੋਂ ਪਹਿਲਾ ਜਿਹੜਾ ਪੰਜਾਬੀ ਕਿੱਸਾ ਕਾਵਿ-ਧਾਰਾ 'ਚ ਪਹਿਲਾ ਕਵੀ ਹੋਇਆ ਦਮੋਦਰ ਹੋਇਆ। ਉਸ ਤੋਂ ਬਾਅਦ ਪੀਲੂ, ਪੀਲੂ ਤੋਂ ਬਾਅਦ ਮੁਕਬਲ ਤੇ ਮੁਕਬਲ ਤੋਂ ਬਾਅਦ ਵਾਰਿਸ। ਇਹ ਕ੍ਰਮ ਬਿਲਕੁਲ ਸਹੀ ਬਣ ਰਿਹਾ, ਇਹ ਆਪਸ਼ਨ ਠੀਕ ਆ। ਮਤਲਬ ਆਪਾਂ ਸਹੀ ਨਹੀਂ ਹੈ ਦੱਸਣਾ, ਨਹੀਂ ਦੱਸਣਾ, ਤਾਂ ਇਹ ਆਪਸ਼ਨ ਵੈਸੇ ਉਂਝ ਗਲਤ ਹੋ ਗਈ। ਸੀਕੁਐਂਸ ਸਹੀ ਹੈ ਪਰ ਉਂਝ ਗਲਤ ਹੋ ਗਿਆ ਆਪਣਾ ਇਹ। ਅੱਗੇ ਹੈ ਹਾਫਿਜ਼ ਬਰਖੁਰਦਾਰ, ਪੀਲੂ, ਅਹਿਮਦ ਯਾਰ ਤੇ ਹਾਸ਼ਮ। ਇਹ ਆਪਸ਼ਨ ਜਿਹੜੀ ਹੈ ਇਹ ਸਹੀ ਨਹੀਂ ਹੈਗੀ, ਕਿਉਂਕਿ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਹਾਂ ਕਿ ਜਿਹੜਾ ਪੀਲੂ ਆ ਇਹ ਦੂਸਰੇ ਨੰਬਰ ਦਾ ਸ਼ਾਇਰ ਆ। ਸਭ ਤੋਂ ਪਹਿਲਾਂ ਸਾਨੂੰ ਦਮੋਦਰ ਦਾ ਕਿੱਸਾ ਮਿਲਦਾ ਤੇ ਦੂਜਾ ਕਿੱਸਾ ਜਿਹੜਾ ਸਾਨੂੰ ਪੀਲੂ ਦਾ ਮਿਲਦਾ ਮਿਰਜ਼ਾ ਸਾਹਿਬਾ। ਤਾਂ ਹਾਫਿਜ਼ ਬਰਖੁਰਦਾਰ ਇਸ ਤੋਂ ਬਾਅਦ ਹੋਇਆ। ਇਹ ਕਾਲਕ੍ਰਮ ਅਨੁਸਾਰ ਇਹ ਜਿਹੜਾ ਸਹੀ ਨਹੀਂ ਹੈ। ਤਾਂ ਸਾਡੇ ਕੋਲ ਕਿਹੜੀ ਆਪਸ਼ਨ ਬਣੂਗੀ? ਬੀ ਆਪਸ਼ਨ। ਸੀ ਆਪਸ਼ਨ ਵੀ ਦੇਖ ਲੈਂਦੇ ਆ, ਮੁਕਬਲ, ਵਾਰਿਸ, ਹਾਸ਼ਮ, ਕਾਦਰ ਯਾਰ। ਇਹ ਵੀ ਬਿਲਕੁਲ ਸੀਕੁਐਂਸ 'ਚ ਲੱਗਿਆ ਹੋਇਆ। ਪੀਲੂ, ਹਾਫਿਜ਼ ਬਰਖੁਰਦਾਰ, ਵਾਰਿਸ, ਹਾਸ਼ਮ, ਇਹ ਵੀ ਸੀਕੁਐਂਸ 'ਚ। ਤਾਂ ਸਾਡੇ ਕੋਲ ਕਿਹੜੀ ਆਪਸ਼ਨ ਬਚੀ? ਬੀ। ਬੀ ਉੱਤਰ ਜਿਹੜਾ ਉਹ ਬਿਲਕੁਲ ਸਹੀ ਆ। ਅਗਲਾ ਸਵਾਲ ਹੈ ਜੀ, ਹਮਦ ਦਾ ਸੰਬੰਧ ਕਿਸ ਨਾਲ ਹੈ? ਨੰਬਰ 1 ਰੱਬ ਨਾਲ, ਨੰਬਰ 2 ਰਸੂਲ ਨਾਲ, ਨੰਬਰ 3 ਮੁਰਸ਼ਦ ਨਾਲ, ਨੰਬਰ 4 ਪੀਰ ਨਾਲ। ਹੁਣ ਹੀਰ ਦਾ ਕਿੱਸਾ ਸਾਰਿਆਂ ਨੇ ਸੁਣਿਆ ਹੋਊਗਾ। ਹੀਰ ਦਾ ਕਿੱਸਾ ਯਾਦ ਕਰੋ। ਹੀਰ ਦੇ ਕਿੱਸੇ 'ਚੋਂ ਕਹਿੰਦਾ ਕਿ ਅਵਲ ਹਮਦ ਖੁਦਾ ਦਾ ਬਿਰਦ ਕੀਚੇ। ਤਾਂ ਹਮਦ ਦਾ ਸੰਬੰਧ ਕਿਹਦੇ ਨਾਲ ਹੋਇਆ? ਰੱਬ ਨਾਲ। ਅਵਲ ਹਮਦ ਖੁਦਾ ਦਾ ਬਿਰਦ ਕੀਚੇ। ਤਾਂ ਖੁਦਾ ਦਾ ਬਿਰਦ ਕਰਨ ਨੂੰ ਅਸੀਂ ਕਹਿੰਦੇ ਆ ਰੱਬ ਨਾਲ। ਹਮਦ ਦਾ ਸੰਬੰਧ ਰੱਬ ਨਾਲ ਹੈ, ਖੁਦਾ ਨਾਲ ਹੈ। ਜਿੱਥੇ ਖੁਦਾ ਆਪਸ਼ਨ ਦਿੱਤੀ ਹੁੰਦੀ ਉਹ ਵੀ ਠੀਕ ਹੋਣੀ ਸੀ। ਅਗਲਾ ਸਵਾਲ, ਇਤਿਹਾਸ ਯਥਾਰਥ ਦੇ ਨੇੜੇ ਹੈ। ਇਤਿਹਾਸ ਯਥਾਰਥ ਦੇ ਨੇੜੇ ਅਸੀਂ ਕਿਹੜੀ ਕਥਾ ਉਹ ਦੱਸਣੀ ਆ? ਨੰਬਰ 1 ਮਿੱਥ ਕਥਾ, ਨੰਬਰ 2 ਪਸ਼ੂ ਕਥਾ, ਨੰਬਰ 3 ਦੰਦ ਕਥਾ, ਨੰਬਰ 4 ਨੀਤੀ ਕਥਾ। ਮਿੱਥ ਕਥਾ ਜਿਹੜੀ ਆ ਇਹ ਆਪਸ਼ਨ ਨਹੀਂ ਹੋ ਸਕਦੀ, ਕਿਉਂਕਿ ਮਿੱਥ ਕਥਾ ਹੁੰਦੀ ਹੈ ਉਹ ਕਥਾ ਜਿਹੜੀ ਆਪਣੇ ਆਪ ਕਿਆਸੀ ਗਈ ਹੋਵੇ, ਜਿਹਦੇ ਪਾਤਰ ਜਿਹੜੇ ਉਹ ਇਤਿਹਾਸਿਕ ਨਹੀਂ ਹੁੰਦੇ। ਅਸੀਂ ਇਤਿਹਾਸਿਕ ਪਾਤਰਾਂ ਦੀ ਗੱਲ ਕਰਨੀ ਆ, ਜਿਹੜੇ ਕਿ ਕਾਲਪਨਿਕ ਪਾਤਰ ਹੁੰਦੇ ਆ, ਉਹਨਾਂ ਨੂੰ ਅਸੀਂ ਮਿੱਥ ਕਹਿੰਦੇ ਆ। ਇਹਦੇ ਵਿੱਚ ਇਤਿਹਾਸਿਕ ਤੇ ਕਲਪਨਾ ਦਾ ਥੋੜੀ ਬਹੁਤੀ ਇਤਿਹਾਸਿਕਤਾ ਹੋ ਸਕਦੀ ਹੈ, ਪਰ ਜ਼ਿਆਦਾਤਰ ਇਹ ਕਲਪਨਾ ਤੇ ਆਧਾਰਿਤ ਹੁੰਦੀ ਹੈ। ਪਸ਼ੂ ਕਥਾ ਦੇ ਵਿੱਚ ਪਸ਼ੂਆਂ ਦੀਆਂ ਕਹਾਣੀਆਂ ਹੁੰਦੀਆਂ ਨੇ, ਪਸ਼ੂਆਂ ਬਾਰੇ ਹੁੰਦਾ ਵਾ, ਤੇ ਪਸ਼ੂ ਹੀ ਇਹਦੇ ਵਿੱਚ ਜਿਹੜੇ ਆ ਉਹ ਪਾਤਰ ਜਿਹੜੇ ਉਹ ਬਣਾਏ ਜਾਂਦੇ ਆ। ਇਸ ਕਰਕੇ ਇਹ ਆਪਸ਼ਨ ਵੀ ਸਹੀ ਨਹੀਂ। ਦੰਤ ਕਥਾ, ਜਿਹਨੂੰ ਅਸੀਂ ਦੰਤ ਕਥਾ ਵੀ ਕਹਿੰਦੇ ਆ, ਦੰਤ ਕਥਾ, ਇਹਨੂੰ ਅਵਾਦਾਨ ਵੀ ਕਹਿ ਦਿੰਦੇ ਆ।
ਅਵਦਾਨ ਵੀ ਕਹਿੰਦੇ ਇਹਨੂੰ। ਤਾਂ ਦੰਤ ਕਥਾ ਜਿਹੜੀ ਆ ਉਹ ਕਥਾ ਹੁੰਦੀ ਆ ਜਿਹੜੀ ਅਸੀਂ ਲੋਕਾਂ ਦੇ ਮੂੰਹੋਂ ਮੂੰਹ ਪੀੜ੍ਹੀ ਦਰ ਪੀੜ੍ਹੀ ਸੁਣਦੇ ਆਏ ਆ। ਦੰਦ ਕਥਾ ਜਾਂ ਦੰਤ ਕਥਾ ਇਹਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਅਸੀਂ ਲੋਕਾਂ ਦੇ ਦੰਦਾਂ ਰਾਹੀਂ, ਹਨਾ, ਲੋਕਾਂ ਦੀ ਜ਼ੁਬਾਨ ਰਾਹੀਂ ਇਹਨੂੰ ਅੱਗੇ 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 ਸੁਣਦੇ ਜਾਂਦੇ ਆ। ਇਹ ਕਥਾ ਜਿਹੜੀ ਆ ਇਹ ਇਤਿਹਾਸ ਯਥਾਰਥ ਦੇ ਨੇੜੇ ਹੁੰਦੀ ਆ ਕਿਉਂਕਿ ਇਹਦੇ ਵਿੱਚ ਉਹਨਾਂ ਲੋਕਾਂ ਦੀ ਹੀ ਕਹਾਣੀ ਸੁਣਾਈ ਜਾਂਦੀ ਆ ਜਿਹੜੇ ਪਹਿਲਾਂ ਹੋਏ ਸੀ। ਜਿਵੇਂ ਦੁੱਲਾ ਭੱਟੀ ਦੀ ਕਹਾਣੀ ਅਸੀਂ ਮੂੰਹੋਂ ਮੂੰਹ ਸੁਣੀ ਆ, ਹਰ ਵਾਰੀ ਲੋਹੜੀ ਤੇ ਵੀ ਉਹਦਾ ਗਾਣਾ ਸੁਣਦੇ ਆ, ਉਹਦਾ ਗੀਤ ਗਾਉਂਦੇ ਆ। ਇਸੇ ਤਰ੍ਹਾਂ ਜੌਣਾ ਮੋੜ, ਜੱਗਾ ਡਾਕੂ, ਇਹ ਸਾਰੇ ਇਤਿਹਾਸ ਦੇ ਵਿੱਚ ਪਾਤਰ ਹੋਏ ਨੇ ਤੇ ਅਸੀਂ ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਉਹ ਦੰਤ ਕਥਾਵਾਂ ਰਾਹੀਂ ਸੁਣਦੇ ਆ। ਤਾਂ ਇਹ ਆਪਸ਼ਨ ਸਹੀ ਆ। ਚੌਥੀ ਹੈ ਨੀਤੀ ਕਥਾ। ਨੀਤੀ ਕਥਾ ਹੁੰਦੀ ਹੈ ਜਿਹਦੇ ਰਾਹੀਂ ਅਸੀਂ ਕਿਸੇ ਨੂੰ ਕੋਈ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਜ਼ਿਆਦਾਤਰ ਇਹਦੇ ਵਿੱਚ ਰਾਜਨੀਤਿਕ ਸਿੱਖਿਆ ਦਿੱਤੀ ਜਾਂਦੀ ਹੈ ਤੇ ਪਸ਼ੂਆਂ ਦੁਆਰਾ, ਪੰਛੀਆਂ ਦੁਆਰਾ ਜ਼ਿਆਦਾਤਰ ਇਹ ਜਿਹੜੀਆਂ ਕਹਾਣੀਆਂ ਨੇ ਉਹ ਲਿਖੀਆਂ ਜਾਂਦੀਆਂ ਨੇ ਨੀਤੀ ਕਥਾ ਦੇ ਅੰਦਰ। ਤਾਂ ਇਹ ਵੀ ਜਿਹੜੀ ਆਪਸ਼ਨ ਨਹੀਂ ਬਣਦੀ। ਤੀਸਰੀ ਆਪਸ਼ਨ ਦੰਤ ਕਥਾ ਬਿਲਕੁਲ ਠੀਕ ਆ। ਅਗਲਾ ਸਵਾਲ ਹੈ ਕਥਨ ਤੇ ਕਾਰਨ ਵਾਲਾ। ਇਹਨੂੰ ਬਹੁਤ ਧਿਆਨ ਨਾਲ ਵੇਖਣਾ ਹੁੰਦਾ, ਬਹੁਤ ਧਿਆਨ ਨਾਲ ਸਮਝਣਾ ਹੁੰਦਾ। ਕਥਨ ਹੈ ਸੱਭਿਆਚਾਰ ਦਾ ਭਾਵ ਹੈ ਵਿਸ਼ੇਸ਼ ਭੂਖੰਡ ਵਿੱਚ ਵਸਦੀ ਲੋਕਾਈ ਦਾ ਜੀਵਨ ਢੰਗ, ਰਹਿਣ ਸਹਿਣ ਅਤੇ ਕਦਰਾਂ ਕੀਮਤਾਂ। ਇਹ ਸਥਾਨਕ ਵੱਖਰਤਾਵਾਂ ਹੀ ਸੱਭਿਆਚਾਰਕ ਵਿਲੱਖਣਤਾਵਾਂ ਤੇ ਵੰਨ-ਸੁਵੰਨਤਾ ਨੂੰ ਜਨਮ ਦਿੰਦੇ ਹਨ। ਕਾਰਨ ਦਿੱਤਾ ਹੋਇਆ ਇਹਦਾ, ਇਹਨਾਂ ਵਿੱਚੋਂ ਹੀ ਸੱਭਿਆਚਾਰਕ ਸੰਪੇਖਤਾ ਅਤੇ ਸੱਭਿਆਚਾਰੀਕਰਨ ਦਾ ਸਿਧਾਂਤ ਪੈਦਾ ਹੁੰਦਾ ਹੈ। ਹੁਣ ਸਾਡੇ ਕੋਲ 4 ਆਪਸ਼ਨਸ ਨੇ। ਇਹ ਹੈ A आंशिक सही है, B पूर्ण सही है, B ऑप्शन है A गलत है, B आंशिक सही है, C ऑप्शन है A सही है, B आंशिक सही है, D ऑप्शन है A आंशिक सही है, B पूर्ण सही है। ਆਪਾਂ ਕਥਨ ਦੁਬਾਰਾ ਪੜ੍ਹ ਲੈਂਦੇ ਹਾਂ। ਕਥਨ ਸੀਗਾ ਕਿ ਸੱਭਿਆਚਾਰ ਦਾ ਭਾਵ ਹੈ ਵਿਸ਼ੇਸ਼ ਭੂਖੰਡ ਵਿੱਚ ਵਸਦੀ ਲੋਕਾਈ ਦਾ ਜੀਵਨ ਢੰਗ, ਰਹਿਣ ਸਹਿਣ ਤੇ ਕਦਰਾਂ ਕੀਮਤਾਂ। ਇਹ ਅਸੀਂ ਜਾਣਦੇ ਹਾਂ ਕਿ ਸੱਭਿਆਚਾਰ ਦਾ ਮਤਲਬ ਹੀ ਇਹ ਹੁੰਦਾ ਕਿ ਕਿਸੇ ਵੀ ਖਿੱਤੇ 'ਚ ਵਸਦੇ ਜਿਹੜੇ ਲੋਕ ਨੇ ਉਹਨਾਂ ਦੇ ਜੀਵਨ ਜਿਉਣ ਦੀ ਜਾਂਚ ਨੂੰ ਹੀ ਅਸੀਂ ਸੱਭਿਆਚਾਰ ਕਹਿੰਦੇ ਹਾਂ। ਇੱਥੇ ਤੱਕ ਠੀਕ ਆ। ਇਹ ਸਥਾਨਕ ਵੱਖਰਤਾਵਾਂ ਹੀ ਸੱਭਿਆਚਾਰਕ ਵਿਲੱਖਣਤਾਵਾਂ ਤੇ ਵੰਨ-ਸੁਵੰਨਤਾ ਨੂੰ ਜਨਮ ਦਿੰਦੇ ਹਨ। ਇਹ ਗੱਲ ਵੀ ਠੀਕ ਆ। ਜਦੋਂ ਅਸੀਂ ਆਪ ਹੀ ਦੇਖਦੇ ਹਾਂ ਕਿ ਜਦੋਂ ਅਸੀਂ ਮਾਝੇ 'ਚ ਜਾਂਦੇ ਹਾਂ ਤਾਂ ਉੱਥੋਂ ਦੇ ਥੋੜੇ ਰੀਤੀ ਰਿਵਾਜ ਮਾਲਵੇ ਨਾਲੋਂ ਵੱਖਰੇ ਹੁੰਦੇ ਨੇ। ਇਸੇ ਤਰ੍ਹਾਂ ਪੁਆਧ ਦੀਆਂ ਥੋੜੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ। ਤਾਂ ਇਹ ਤਾਂ ਮੈਂ ਵੈਸੇ ਭਾਸ਼ਾਈ ਪੱਧਰ ਦੇ ਉੱਤੇ ਕਹਿ ਰਹੀ ਹਾਂ, ਪਰ ਇਹ ਸੱਭਿਆਚਾਰਕ ਵਿਲੱਖਣਤਾਵਾਂ ਨੂੰ ਜਨਮ ਦਿੰਦੀਆਂ ਨੇ, ਸਥਾਨਕ ਵੱਖਰਤਾਵਾਂ। ਇਹ ਆਪਸ਼ਨ ਜਿਹੜੀ ਹੈ ਪੂਰੀ ਸਹੀ ਆ। ਤਾਂ ਸਾਡੇ ਕੋਲੇ C ਦੇ ਵਿੱਚ A ਸਹੀ ਹੈ ਵਾਲਾ ਇਕੱਲੇ C ਦੇ ਵਿੱਚ ਹੀ ਆ। ਅਗਲਾ ਹੈ ਕਿ ਇਹਨਾਂ ਵਿੱਚੋਂ ਹੀ ਸੱਭਿਆਚਾਰਕ ਸੰਪੇਖਤਾ ਤੇ ਸੱਭਿਆਚਾਰੀਕਰਨ ਦਾ ਸਿਧਾਂਤ ਪੈਦਾ ਹੁੰਦਾ ਹੈ। ਇਹ ਜਿਹੜਾ ਆਂਸ਼ਿਕ ਸਹੀ ਆ, C ਉੱਤਰ ਹੈ ਇਹਦਾ। ਉਹ ਕਿਉਂ ਆ? ਆਂਸ਼ਿਕ ਸਹੀ ਅਸੀਂ ਉੱਥੇ ਕਹਿੰਦੇ ਹੁੰਦੇ ਆ ਜਿੱਥੇ ਅੱਧੀ ਸਟੇਟਮੈਂਟ ਠੀਕ ਹੋਵੇ ਪਰ ਅੱਧੀ ਸਟੇਟਮੈਂਟ ਗਲਤ ਹੋਵੇ, ਅੱਧੀ ਦੇ ਵਿੱਚ ਕੋਈ ਝੋਲ ਹੋਵੇ। ਸੱਭਿਆਚਾਰਕ ਸੰਪੇਖਤਾ ਤਾਂ ਇਸ ਗੱਲ ਦੇ ਉੱਤੇ ਢੁਕਦਾ ਵਾ, ਪਰ ਸੱਭਿਆਚਾਰੀਕਰਨ ਨਹੀਂ ਢੁਕ ਰਿਹਾ। ਕਿਉਂਕਿ ਸੱਭਿਆਚਾਰੀਕਰਨ ਹੁੰਦਾ ਕੀ ਆ? ਜਦੋਂ ਦੋ ਸੱਭਿਆਚਾਰ ਵੱਖਰੇ ਵੱਖਰੇ, ਜਿਵੇਂ ਪੱਛਮੀ ਸੱਭਿਆਚਾਰ ਤੇ ਸਾਡਾ ਪੰਜਾਬੀ ਸੱਭਿਆਚਾਰ, ਜਦੋਂ ਇਹ ਇੱਕ ਦੂਜੇ ਦੇ ਨੇੜੇ ਆਉਂਦੇ ਆ ਤਾਂ ਇਹਨਾਂ ਦੋਨਾਂ ਦੇ ਨੇੜੇ ਆਉਣ ਦੇ ਨਾਲ ਜਿਹੜਾ ਇੱਕ ਦੂਜੇ ਦੇ ਵਿੱਚ ਰਲਾ ਪੈਂਦਾ ਵਾ, ਜਿਹੜਾ ਇੱਕ ਦੂਜੇ ਦੀਆਂ ਚੀਜ਼ਾਂ ਅਸੀਂ ਅਡਾਪਟ ਕਰਦੇ ਆ, ਉਹਨੂੰ ਅਸੀਂ ਸੱਭਿਆਚਾਰੀਕਰਨ ਕਹਿੰਦੇ ਆ। ਤਾਂ ਪਹਿਲੀ ਜਿਹੜੀ ਸਟੇਟਮੈਂਟ ਆ ਉਹਦੇ ਨਾਲ ਸੱਭਿਆਚਾਰੀਕਰਨ ਦਾ ਸਿਧਾਂਤ ਪੈਦਾ ਨਹੀਂ ਹੋ ਰਿਹਾ, ਉਹਦੇ ਨਾਲ ਉਹ ਗੱਲ ਨਹੀਂ ਪ੍ਰੂਫ ਹੋ ਰਹੀ। ਇਸ ਕਰਕੇ ਆਂਸ਼ਿਕ ਸਹੀ ਆ, ਮਤਲਬ ਇਹ ਅੱਧਾ ਠੀਕ ਆ ਅੱਧਾ ਗਲਤ ਆ। ਤਾਂ C ਆਪਸ਼ਨ ਜਿਹੜੀ ਆ ਉਹ ਸਹੀ ਬਣ ਰਹੀ ਹੈ ਜੀ। ਵੱਧਦੇ ਹਾਂ ਅਗਲੇ ਸਵਾਲ ਵੱਲ। ਅਗਲਾ ਪ੍ਰਸ਼ਨ ਹੈ ਸਾਡਾ, ਕਿਹੜਾ ਕਵੀ ਦਰਸਾਈ ਧਾਰਾ ਦਾ ਨਹੀਂ ਹੈ? ਆਪਸ਼ਨਸ ਨੇ ਪੂਰਨ ਸਿੰਘ ਰੋਮਾਂਟਿਕ, ਬਾਬਾ ਬਲਵੰਤ ਪ੍ਰਗਤੀਵਾਦੀ, ਹਰਭਜਨ ਸਿੰਘ ਸੋਝਵਾਦੀ, ਸੁਰਜੀਤ ਪਾਤਰ ਪ੍ਰਯੋਗਸ਼ੀਲ। ਅਸੀਂ ਦੱਸਣਾ ਕਿ ਕਿਹੜਾ ਨਹੀਂ ਹੈ। ਪੂਰਨ ਸਿੰਘ ਰੋਮਾਂਟਿਕ ਸੀਗੇ, ਇਹਨਾਂ ਨੇ ਰੋਮਾਂਟਿਕ ਧਾਰਾ ਦੇ ਅੰਤਰਗਤ ਲਿਖਿਆ। ਬਾਬਾ ਬਲਵੰਤ ਪਿਓਰਲੀ ਪ੍ਰਗਤੀਵਾਦੀ ਸੀਗੇ। ਬਾਬਾ ਬਲਵੰਤ ਨੂੰ ਸਾਰੇ ਜਾਣਦੇ ਨੇ। ਪ੍ਰਗਤੀਵਾਦੀ ਕਾਵਿਧਾਰਾ ਦੇ ਵਿੱਚ ਇਹਨਾਂ ਦਾ ਖਾਸ ਇੱਕ ਯੋਗਦਾਨ ਰਿਹਾ। ਇਹਨਾਂ ਨੂੰ ਜਦੋਂ ਵੀ ਯਾਦ ਕੀਤਾ ਜਾਂਦਾ ਪ੍ਰਗਤੀਵਾਦ ਦੇ ਐਂਗਲ ਤੋਂ ਹੀ ਯਾਦ ਕੀਤਾ ਜਾਂਦਾ। ਹਰਭਜਨ ਸਿੰਘ ਸੋਝਵਾਦੀ ਸੀਗੇ, ਇਸ ਕਰਕੇ ਇਹ ਆਪਸ਼ਨ ਵੀ ਠੀਕ ਬਣ ਰਹੀ ਹੈ, ਪਰ ਅਸੀਂ ਨਹੀਂ ਹੈ ਦੱਸਣਾ, ਇਸ ਕਰਕੇ ਤਿੰਨੇ ਆਪਸ਼ਨਾਂ ਗਲਤ ਹੋ ਗਈਆਂ। ਸੁਰਜੀਤ ਪਾਤਰ ਪ੍ਰਯੋਗਸ਼ੀਲ ਨਹੀਂ ਹੈ, ਇਹ ਆਪਸ਼ਨ ਜਿਹੜੀ ਹੈ ਸਾਡਾ ਸਹੀ ਉੱਤਰ ਬਣ ਰਿਹਾ। ਪ੍ਰਯੋਗਸ਼ੀਲ ਲਹਿਰ ਜਿਹੜੀ ਆ ਇਹ ਜਸਵੀਰ ਸਿੰਘ ਆਹਲੂਵਾਲੀਆ ਉਹਨਾਂ ਦੀ ਅਗਵਾਈ ਦੇ ਵਿੱਚ ਚੱਲੀ ਲਹਿਰ ਸੀ। ਇਹ ਲਹਿਰ ਦੇ ਵਿੱਚ ਜਿਹੜਾ ਵਾ ਇਸ ਲਹਿਰ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ
ਜਿਹੜੇ ਪੰਜਾਬੀ ਦੇ ਕਵੀ ਆ ਉਹਨਾਂ ਨੂੰ ਇੱਕ ਬੁਖਾਰ ਦੀ ਤਰ੍ਹਾਂ ਇਹ ਲਹਿਰ ਜਿਹੜੀ ਆ ਚੜੀ ਤੇ ਬੁਖਾਰ ਦੀ ਤਰ੍ਹਾਂ ਹੀ ਲੈ ਗਈ। ਸੋ ਇਸ ਲਹਿਰ ਦੇ ਅੰਦਰ ਜਿਹੜੀ ਪ੍ਰਗਤੀਵਾਦੀ ਲਹਿਰ ਸੀ ਉਹਨੂੰ ਕੱਟ ਕੇ ਕੁਝ ਨਵੇਂ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਉਹਨਾਂ ਦਾ ਇਹ ਮੰਨਣਾ ਸੀਗਾ ਕਿ ਪ੍ਰਗਤੀਵਾਦ ਦੇ ਨਾਮ ਹੇਠ ਜਿਹੜੀ ਸਾਡੀ ਪੰਜਾਬੀ ਪੋਇਟਰੀ ਆ ਇਹ ਬਹੁਤ ਹੱਦ ਤੱਕ ਜਿਹੜੀ ਆ ਉਹ ਪੁਰਾਣੀਆਂ ਘਸੀਆਂ ਪਿੱਟੀਆਂ ਗੱਲਾਂ ਕਰ ਰਹੀ ਹੈ। ਇਸ ਕਰਕੇ ਨਵੀਆਂ ਗੱਲਾਂ ਦੀ ਜਿਹੜੀ ਤਾਂਗ ਸੀ, ਨਵੇਂ ਬਿੰਬ ਨਵੇਂ ਪ੍ਰਤੀਕ ਘੜਨ ਦੀ ਕੋਸ਼ਿਸ਼ ਪ੍ਰਯੋਗਸ਼ੀਲ ਕਵੀਆਂ ਨੇ ਕੀਤੀ, ਪਰ ਇਹ ਵਧੇਰੇ ਮਕਬੂਲ ਜਿਹੜੇ ਨਹੀਂ ਹੋਏ ਤੇ ਛੇਤੀ ਹੀ ਪੋਇਟਰੀ ਦੇ ਖੇਤਰ ਦੇ ਵਿੱਚੋਂ ਜਾਂ ਕਵਿਤਾ ਦੇ ਖੇਤਰ ਦੇ ਵਿੱਚੋਂ ਪ੍ਰਯੋਗਸ਼ੀਲ ਲਹਿਰ ਜਿਹੜੀ ਆ ਉਹ ਪਾਸਾ ਵੱਟ ਗਈ। ਪਰ ਸੁਰਜੀਤ ਪਾਤਰ ਪ੍ਰਯੋਗਸ਼ੀਲ ਲਹਿਰ ਦੇ ਵਿੱਚ ਨਹੀਂ ਆਉਂਦਾ। ਅੱਗੇ ਚੱਲਦੇ ਆ। ਅਗਲਾ ਸਾਡਾ ਸਵਾਲ ਹੈ ਕਿਹੜਾ ਜੁੱਟ ਸਹੀ ਹੈ। ਨੰਬਰ 1 ਲੋਕਯਾਨ ਤੇ ਮੱਧਕਾਲੀਨ ਪੰਜਾਬੀ ਸਾਹਿਤ ਬਣਜਾਰਾ ਬੇਦੀ। ਨੰਬਰ 2 ਕਾਂਗੜੇ ਦੇ ਲੋਕ ਗੀਤ ਮਹਿੰਦਰ ਸਿੰਘ ਰੰਧਾਵਾ। ਨੰਬਰ 3 ਪੰਜਾਬ ਕਰਨੈਲ ਸਿੰਘ ਥਿੰਦ। ਨੰਬਰ 4 ਰੰਗਮੰਚ ਕਪੂਰ ਸਿੰਘ ਘੁੰਮਣ। ਇਹਨਾਂ ਵਿੱਚੋਂ ਕਾਂਗੜੇ ਦੇ ਲੋਕ ਗੀਤ ਜਿਹੜੇ ਆ ਇਹ ਮਹਿੰਦਰ ਸਿੰਘ ਰੰਧਾਵਾ ਦੀ ਹੀ ਕਿਤਾਬ ਆ, ਉਹਨਾਂ ਨੇ ਇਹ ਲਿਖੀ ਆ, ਤਾਂ ਇਹਦਾ ਇਹ ਬੀ ਆਪਸ਼ਨ ਜਿਹੜੀ ਆ ਉਹ ਸਹੀ ਆ। ਲੋਕਯਾਨ ਤੇ ਮੱਧਕਾਲੀਨ ਪੰਜਾਬੀ ਸਾਹਿਤ ਇਹ ਜਿਹੜੀ ਆ ਕਰਨੈਲ ਸਿੰਘ ਥਿੰਦ ਦੀ ਕਿਤਾਬ ਆ, ਇਹ ਵੀ ਯਾਦ ਕਰ ਲਓ, ਕਈ ਵਾਰੀ ਉਹ ਕਿਸੇ ਦਾ ਵੀ ਪੁੱਛ ਸਕਦੇ ਆ। ਤਾਂ ਇਹ ਕਰਨੈਲ ਸਿੰਘ ਥਿੰਦ ਦੀ ਕਿਤਾਬ ਆ। ਕਾਂਗੜੇ ਦੇ ਲੋਕ ਗੀਤ ਮਹਿੰਦਰ ਸਿੰਘ ਰੰਧਾਵਾ ਦੀ ਹੈ। ਪੰਜਾਬ ਵੀ ਜਿਹੜੀ ਹੈ ਮਹਿੰਦਰ ਸਿੰਘ ਰੰਧਾਵਾ ਦੀ ਕਿਤਾਬ ਹੀ ਹੈ, ਇਸ ਕਰਕੇ ਆਪਸ਼ਨ ਗਲਤ ਹੋਈ। ਰੰਗਮੰਚ ਸਾਰੇ ਜਾਣਦੇ ਨੇ, ਇਹਦੇ ਤੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ ਲੇਖਕ ਨੂੰ। ਇਹ ਬਲਵੰਤ ਗਾਰਗੀ ਦੀ ਕਿਤਾਬ ਹੈ। ਤਾਂ ਇਹ ਜਿਹੜਾ ਇਹਨਾਂ ਕਿਤਾਬਾਂ ਦੇ ਸਹੀ ਰਾਈਟਰ ਨੇ। ਰੰਗਮੰਚ ਬਲਵੰਤ ਗਾਰਗੀ ਦੀ ਲਿਖੀ ਹੋਈ ਹੈ। ਪੰਜਾਬ ਜਿਹੜੀ ਹੈ ਮਹਿੰਦਰ ਸਿੰਘ ਰੰਧਾਵਾ ਦੀ ਹੀ ਹੈ ਤੇ ਲੋਕਯਾਨ ਤੇ ਮੱਧਕਾਲੀਨ ਪੰਜਾਬੀ ਸਾਹਿਤ ਜਿਹੜੀ ਹੈ ਕਰਨੈਲ ਸਿੰਘ ਥਿੰਦ ਨੇ ਲਿਖੀ ਹੈ। ਤਾਂ ਅੱਗੇ ਚੱਲਦੇ ਹਾਂ। ਅਗਲਾ ਪ੍ਰਸ਼ਨ ਹੈ ਸੂਚੀ। ਅਸੀਂ ਸਹੀ ਮਿਲਾਨ ਕਰਨਾ। ਪੰਜਾਬੀ ਭਾਸ਼ਾ ਦਾ ਵਿਆਕਰਣ, ਭਾਸ਼ਾ ਵਿਗਿਆਨ ਸੰਕਲਪ ਤੇ ਦਿਸ਼ਾਵਾਂ, ਥਿਓਰੈਟੀਕਲ ਲਿੰਗੁਇਸਟਿਕਸ, ਕੋਰਸ ਇਨ ਜਰਨਲ ਲਿੰਗੁਇਸਟਿਕਸ। ਦੂਜੇ ਪਾਸੇ ਹੈ ਜੋਗਿੰਦਰ ਸਿੰਘ ਪੁਆਰ, ਦੁਨੀ ਚੰਦਰ, FD ਸਿਸਿਓਰ, ਜੌਨ ਲਿਓਸ। ਪੰਜਾਬੀ ਭਾਸ਼ਾ ਦਾ ਵਿਆਕਰਣ ਲਿਖਿਆ ਹੈ ਜੀ ਦੁਨੀ ਚੰਦਰ ਨੇ, ਇਹਦਾ ਦੂਸਰਾ ਸਹੀ ਹੈ। ਭਾਸ਼ਾ ਵਿਗਿਆਨ ਸੰਕਲਪ ਤੇ ਦਿਸ਼ਾਵਾਂ ਕਿਤਾਬ ਹੈ ਜੋਗਿੰਦਰ ਸਿੰਘ ਪੁਆਰ ਦੀ। ਥਿਓਰੈਟੀਕਲ ਲਿੰਗੁਇਸਟਿਕਸ ਜੌਨ ਲਿਓਨਸ ਦੀ ਹੈ। ਕੋਰਸ ਇਨ ਜਰਨਲ ਲਿੰਗੁਇਸਟਿਕਸ ਸਾਰੇ ਜਾਣਦੇ ਨੇ ਸਿਸਿਓਰ ਦੀ ਹੈ। ਸਿਸਿਓਰ ਬਹੁਤ ਵੱਡਾ ਭਾਸ਼ਾ ਚਿੰਤਕ ਹੋਇਆ। ਇਹ ਸਾਰੇ ਹੀ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਨੇ। ਤਾਂ ਪਹਿਲੇ ਦਾ ਆਇਆ ਦੂਸਰਾ, ਦੂਸਰੇ ਦਾ ਆਇਆ ਪਹਿਲਾ, ਤੇ ਪਹਿਲਾ ਨਹੀਂ ਹੈ ਇਹਦੇ ਵਿੱਚ। ਤੀਸਰੇ ਦਾ ਜੌਨ ਲਿਓਨਸ ਨਹੀਂ ਹੈ ਤੇ ਕੋਰਸ ਇਨ ਜਰਨਲ ਲਿੰਗੁਇਸਟਿਕਸ ਇਹਦਾ ਹੈ। ਇਹਨਾਂ ਵਿੱਚੋਂ ਕੋਈ ਵੀ ਨਹੀਂ, ਕਿਉਂਕਿ ਇਹ ਸਹੀ ਕ੍ਰਮ ਜਿਹੜਾ ਉਹ ਨਹੀਂ ਦਿੱਤਾ ਇਹਨਾਂ ਆਪਸ਼ਨਸ ਦੇ ਵਿੱਚ ਸਾਨੂੰ। ਤਾਂ ਇਹਦਾ ਉੱਤਰ ਆਏਗਾ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਸਵਾਲ ਹੈ ਇਤਿਹਾਸਿਕ ਤੌਰ ਤੇ ਕਿਹੜਾ ਕ੍ਰਮ ਸਹੀ ਹੈ। ਰੂਪਵਾਦ, ਮਾਰਕਸਵਾਦ, ਸੰਰਚਨਾਵਾਦ, ਉੱਤਰ ਆਧੁਨਿਕਤਾ। ਨੰਬਰ 2 ਮਾਰਕਸਵਾਦ, ਸੰਰਚਨਾਵਾਦ, ਰੂਪਵਾਦ, ਉੱਤਰ ਆਧੁਨਿਕਤਾ। ਨੰਬਰ 3 ਮਾਰਕਸਵਾਦ, ਰੂਪਵਾਦ, ਸੰਰਚਨਾਵਾਦ, ਉੱਤਰ ਆਧੁਨਿਕਤਾ। ਨੰਬਰ 4 ਸੰਰਚਨਾਵਾਦ, ਰੂਪਵਾਦ, ਉੱਤਰ ਆਧੁਨਿਕਤਾ ਤੇ ਮਾਰਕਸਵਾਦ। ਇਹਦੇ ਵਿੱਚੋਂ ਜਿਹੜੀ ਸਹੀ ਆਪਸ਼ਨ ਹੈ ਉਹ ਹੈ ਸੀ, ਕਿਉਂਕਿ ਸੀ ਇਸ ਲਈ ਸਹੀ ਹੈ। ਸੀ ਇਸ ਲਈ ਸਹੀ ਹੈ ਕਿਉਂਕਿ ਮਾਰਕਸਵਾਦ, ਰੂਪਵਾਦ, ਸੰਰਚਨਾਵਾਦ ਤੇ ਉੱਤਰ ਆਧੁਨਿਕਤਾ ਪਹਿਲਾਂ ਮਾਰਕਸਵਾਦ ਦਾ ਜਨਮ ਹੋਇਆ। ਮਾਰਕਸਵਾਦ ਦੇ ਵਿਰੋਧ ਦੇ ਵਿੱਚ ਰੂਪਵਾਦ ਨੇ ਪੈਰ ਪਸਾਰੇ, ਇਹਦਾ ਵਿਰੋਧੀ ਸੀ। ਉਸ ਤੋਂ ਬਾਅਦ ਰੂਪਵਾਦ ਦੇ ਨਾਲ ਹੀ ਸੰਰਚਨਾਵਾਦ ਜਿਹੜਾ ਦੀ ਲਹਿਰ ਜਿਹੜੀ ਹੈ ਉਹ ਚੱਲੀ ਤੇ ਉਸ ਤੋਂ ਬਾਅਦ ਜਿਹੜਾ ਦੌਰ ਆਇਆ ਉਹ ਸੀ ਉੱਤਰ ਆਧੁਨਿਕਤਾ ਦਾ। ਤਾਂ ਕ੍ਰਮ ਅਨੁਸਾਰ ਇਹ ਆਪਸ਼ਨ ਜਿਹੜੀ ਹੈ ਸਹੀ ਹੈ, ਬਿਲਕੁਲ ਸੀ ਆਪਸ਼ਨ। ਅਗਲਾ ਸਵਾਲ ਹੈ ਪੰਜਾਬੀ ਸਾਹਿਤ ਦੀ ਕਾਲ ਵੰਡ ਦਾ ਕਿਹੜਾ ਆਧਾਰ ਵਧੇਰੇ ਪ੍ਰਮਾਣਿਕ ਹੈ। ਨੰਬਰ 1 ਪ੍ਰਵਿਰਤੀ, ਨੰਬਰ 2 ਲੇਖਕ, ਨੰਬਰ 3 ਰਚਨਾ, ਨੰਬਰ 4 ਸਾਹਿਤ ਰੂਪ। ਅਸੀਂ ਜਾਣਦੇ ਹਾਂ ਕਿ ਲੇਖਕ ਦੇ ਆਧਾਰ ਤੇ ਵੀ ਸਾਡੇ ਬਹੁਤ ਸਾਰੇ ਸਾਹਿਤਕਾਰਾਂ ਨੇ ਵੰਡ ਕੀਤੀ ਆ, ਰਚਨਾ ਦੇ ਆਧਾਰ ਤੇ ਵੀ ਵੰਡ ਕੀਤੀ ਹੈ ਤੇ ਸਾਹਿਤ ਰੂਪ ਦੇ ਆਧਾਰ ਤੇ ਵੰਡ ਕੀਤੀ ਹੈ, ਪ੍ਰਵਿਰਤੀ ਦੇ ਆਧਾਰ ਤੇ ਵੰਡ ਕੀਤੀ ਹੈ। ਪਰ ਜਿਹੜੀ ਵਧੇਰੇ ਪ੍ਰਮਾਣਿਕ ਆ, ਜਿਹੜੀ ਬਹੁਤ ਸਾਰੇ ਵਿਦਵਾਨਾਂ ਨੇ ਅਪਣਾਈ ਆ, ਉਹ ਹੈ ਪ੍ਰਵਿਰਤੀ ਦੇ ਆਧਾਰ ਦੇ ਉੱਤੇ।
ਜ਼ਿਆਦਾਤਰ ਜਿਹੜਾ ਪ੍ਰਵਿਰਤੀ ਦੇ ਆਧਾਰ ਦੇ ਉੱਤੇ ਵੱਖ-ਵੱਖ ਵਿਦਵਾਨਾਂ ਨੇ ਵੰਡਿਆ ਹੋਇਆ ਸਾਹਿਤ ਦੇ ਇਤਿਹਾਸ ਨੂੰ, ਇਸ ਕਰਕੇ ਇਹ ਵਧੇਰੇ ਪ੍ਰਮਾਣਕ ਆ। ਅਗਲਾ ਪ੍ਰਸ਼ਨ ਹੈ ਕਥਨ ਰਚਨਾ ਪਾਠ ਸੰਬੰਧੀ ਖੋਜ ਕਿਸੇ ਵੀ ਵਿਸ਼ੇ ਜਾਂ ਸਮੱਸਿਆ ਨਾਲ ਸੰਬੰਧਿਤ ਹੋ ਸਕਦੀ ਹੈ, ਪਰ ਪਾਠਮੂਲਕ ਪ੍ਰਣਾਲੀ ਦੇ ਮਗਰ ਵਿਧਾਨ ਮੂਲਕ ਪ੍ਰਣਾਲੀ ਦਾ ਕਾਰਜਸ਼ੀਲ ਰਹਿਣਾ ਵਧੇਰੇ ਮਹੱਤਵਪੂਰਨ ਹੈ। ਕਾਰਨ ਹੈ ਕਿਉਂਕਿ ਸੋਧ ਕਾਰਜ ਦੀ ਮੂਲ ਬਿਰਤੀ ਵਿਗਿਆਨਿਕ ਹੈ, ਇਸ ਲਈ ਸੋਧ ਸੰਸਕ੍ਰਿਤੀ ਨੂੰ ਵਿਗਿਆਨ ਦੇ ਰਾਹ ਉੱਤੇ ਪਾਉਣ ਦੀ ਲੋੜ ਹੈ। ਸਾਨੂੰ ਆਪਸ਼ਨਸ ਦਿੱਤੀਆਂ ਨੇ, A ਸਹੀ ਹੈ, B ਗਲਤ ਹੈ, A ਗਲਤ ਹੈ, B ਸਹੀ ਹੈ, A ਸਹੀ ਹੈ, B ਆंशिक ਸਹੀ ਹੈ, A ਆंशिक ਸਹੀ ਹੈ ਤੇ B ਸਹੀ ਹੈ। ਰਚਨਾ ਪਾਠ ਸੰਬੰਧੀ ਖੋਜ ਕਿਸੇ ਵੀ ਵਿਸ਼ੇ ਜਾਂ ਸਮੱਸਿਆ ਨਾਲ ਸੰਬੰਧਿਤ ਹੋ ਸਕਦੀ ਹੈ, ਠੀਕ ਆ, ਪਰ ਪਾਠਮੂਲਕ ਪ੍ਰਣਾਲੀ ਦੇ ਮਗਰ ਵਿਧਾਨ ਮੂਲਕ ਪ੍ਰਣਾਲੀ ਦਾ ਕਾਰਜਸ਼ੀਲ ਰਹਿਣਾ ਵਧੇਰੇ ਮਹੱਤਵਪੂਰਨ ਹੈ। ਇਹ ਜਿਹੜਾ ਆंशिक ਸਹੀ ਹੈ ਤੇ ਦੂਸਰਾ ਜਿਹੜਾ ਪੂਰਨ ਸਹੀ ਹੈ, ਇਹਦਾ ਸਹੀ ਉੱਤਰ ਇਹ ਹੈ। ਅਗਲਾ ਸਾਡਾ ਸਵਾਲ ਹੈ ਜੀ 18ਵਾਂ, ਪੰਜਾਬੀ ਭਾਸ਼ਾ ਵਰਤਮਾਨ ਸਰੂਪ ਤੱਕ ਪਹੁੰਚੀ। ਨੰਬਰ 1 ਵੈਦਿਕ ਤੋਂ ਪ੍ਰਕਿਰਤਾਂ ਤੇ ਆਪਰੰਸ਼ਾਂ ਰਾਹੀਂ। ਨੰਬਰ 2 ਦਰਦ ਇਰਾਨੀ ਤੇ ਦਰਾਨੀ ਤੇ ਸੰਸਕ੍ਰਿਤ ਰਾਹੀਂ। ਨੰਬਰ 3 ਆਪਰੰਸ਼ਾਂ ਤੋਂ ਪ੍ਰਕਿਰਤਾਂ ਤੇ ਸੰਸਕ੍ਰਿਤ ਰਾਹੀਂ। ਨੰਬਰ 4 ਪ੍ਰਕਿਰਤਾਂ ਤੋਂ ਵੈਦਿਕ ਤੇ ਆਪਰੰਸ਼ਾਂ ਰਾਹੀਂ। ਅਸੀਂ ਜਾਣਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜੀ ਭਾਸ਼ਾ ਜਦੋਂ ਅਸੀਂ ਭਾਸ਼ਾਈ ਪਰਿਵਾਰ ਕਰਦੇ ਹਾਂ ਸਾਡਾ, ਤਾਂ ਵੈਦਿਕ ਤੋਂ ਸ਼ੁਰੂ ਹੋ ਕੇ ਪ੍ਰਕਿਰਤਾਂ ਤੇ ਪਹੁੰਚਦੀ ਆ, ਪ੍ਰਕਿਰਤਾਂ ਤੋਂ ਆਪਰੰਸ਼ਾਂ ਤੇ ਆਪਰੰਸ਼ਾਂ ਤੋਂ ਸਾਡੀ ਅਜੋਕੀ ਪੰਜਾਬੀ ਤੱਕ ਜਿਹੜਾ ਵਾ ਇਹ ਜਾਂਦਾ ਵਾ। ਤਾਂ ਪਹਿਲਾ ਆਪਸ਼ਨ ਜਿਹੜਾ ਬਿਲਕੁਲ ਠੀਕ ਆ, ਅਸੀਂ ਪਹਿਲੇ ਆਪਸ਼ਨ ਤੇ ਟਿਕ ਕਰਾਂਗੇ, ਪਹਿਲਾ ਆਪਸ਼ਨ ਬਿਲਕੁਲ ਸਹੀ ਆ। ਦਰਦ ਇਰਾਨੀ ਤੇ ਦਰਾਨੀ ਤੇ ਸੰਸਕ੍ਰਿਤ ਰਾਹੀਂ ਇਹ ਕੋਈ ਮੀਨਿੰਗ ਨਹੀਂ ਬਣ ਰਿਹਾ, ਕਿਉਂਕਿ ਦਰਦ ਜਿਹੜਾ ਵਾ ਇਹ ਇੱਕ ਸ਼ਾਖਾ ਵਾ ਭਾਸ਼ਾ ਦੀ, ਜਿਹਦੇ ਵਿੱਚ ਅਸੀਂ ਸਮੁੱਚਾ ਸਾਡਾ ਭਾਸ਼ਾਈ ਪਰਿਵਾਰ ਕੱਢਦੇ ਹਾਂ, ਉਹਦੀ ਦਰਦ ਵੀ ਇੱਕ ਜਿਹੜਾ ਵਾ ਉਹ ਹਿੱਸਾ। ਆਪਰੰਸ਼ਾਂ ਤੋਂ ਪ੍ਰਕਿਰਤਾਂ, ਪ੍ਰਕਿਰਤ ਜਿਹੜੀ ਆ ਇਹ ਬਾਅਦ ਚ ਨਹੀਂ ਆਉਂਦੀ, ਪਹਿਲਾਂ ਆਉਂਦੀਆਂ ਨੇ ਪ੍ਰਕਿਰਤਾਂ ਆਪਰੰਸ਼ਾਂ ਤੋਂ। ਤੇ ਸੰਸਕ੍ਰਿਤ ਰਾਹੀਂ, ਸੰਸਕ੍ਰਿਤ ਵੀ ਪਹਿਲਾਂ ਹਨਾ, ਵੈਦਿਕ ਸੰਸਕ੍ਰਿਤ ਜਿਹਦੀ ਅਸੀਂ ਗੱਲ ਕਰਦੇ ਹਾਂ, ਇਸ ਕਰਕੇ ਇਹ ਆਪਸ਼ਨ ਵੀ ਨਹੀਂ ਹੈ। ਪ੍ਰਕਿਰਤਾਂ ਤੋਂ ਵੈਦਿਕ ਤੇ ਆਪਰੰਸ਼ ਰਾਹੀਂ, ਇਹ ਵੀ ਜਿਹੜਾ ਵਾ ਉਲਟ ਪੁਲਟ ਦਿੱਤਾ ਹੋਇਆ, ਸਹੀ ਹੈ। ਵੈਦਿਕ ਤੋਂ ਪ੍ਰਕਿਰਤਾਂ, ਫਿਰ ਆਪਰੰਸ਼ ਤੇ ਫਿਰ ਅਜੋਕੀ ਪੰਜਾਬੀ। ਤਾਂ ਵਰਤਮਾਨ ਸਰੂਪ ਤੱਕ ਪਹੁੰਚਣ ਦਾ ਇਹ ਜਿਹੜਾ ਪੈਟਰਨ ਆ ਬਿਲਕੁਲ ਸਹੀ ਆ। ਅਗਲਾ ਸਵਾਲ ਹੈ, ਅਗਲਾ ਹੈ ਕਿ ਲੋਕਯਾਨਕ ਸਮੱਗਰੀ ਇਕੱਤਰ ਕਰਨ ਲਈ ਕਿਹੜਾ ਜੁੱਟ ਵਧੇਰੇ ਪ੍ਰਮਾਣਿਕ ਹੈ। ਨੰਬਰ 1 ਖੋਜਕਰਤਾ, ਵਧੀਆ ਸੰਦ ਅਤੇ ਸੂਚਕ। ਨੰਬਰ 2 ਖੋਜਕਰਤਾ, ਸੰਦ ਅਤੇ ਉਚਿਤ ਸੂਚਕ। ਨੰਬਰ 3 ਨਿਪੁੰਨ ਖੋਜਕਰਤਾ, ਸੰਦ ਅਤੇ ਪ੍ਰਸ਼ਨਾਵਲੀ। ਨੰਬਰ 4 ਖੋਜਕਰਤਾ, ਸੰਦ ਅਤੇ ਸੂਚਕ ਦਾ ਸੁਮੇਲ। ਇਹਦਾ ਜਿਹੜਾ ਜੇ ਆਪਾਂ ਪਹਿਲੀ ਤੇ ਦੂਜੀ ਤੇ ਤੀਸਰੀ ਆਪਸ਼ਨ ਦੇਖੀਏ, ਲਗਭਗ ਸੇਮ ਲੱਗ ਰਹੀਆਂ ਨੇ, ਸਾਰੇ ਕਿਤੇ ਖੋਜਕਰਤਾ ਵੀ ਆ, ਸੰਦ ਵੀ ਆ ਤੇ ਸੂਚਕ ਵੀ ਆ। ਸਾਡੇ ਕੋਲ ਇੱਕ ਵੱਖਰੀ ਜਿਹੀ ਆਪਸ਼ਨ ਹੈਗੀ ਆ ਨਿਪੁੰਨ ਖੋਜਕਰਤਾ, ਸੰਦ ਤੇ ਪ੍ਰਸ਼ਨਾਵਲੀ। ਜਦੋਂ ਅਸੀਂ ਲੋਕਯਾਨਿਕ ਸਮੱਗਰੀ ਇਕੱਤਰ ਕਰਦੇ ਹਾਂ ਤਾਂ ਪ੍ਰਸ਼ਨਾਵਲੀ ਦਾ ਹੋਣਾ ਬਹੁਤ ਜ਼ਰੂਰੀ ਆ। ਅਸੀਂ ਜੇ ਲੋਕਾਂ ਦੇ ਵਿੱਚ ਜਾਵਾਂਗੇ, ਉਹਨਾਂ ਨੂੰ ਪ੍ਰਸ਼ਨ ਪੁੱਛਾਂਗੇ, ਤਾਂ ਹੀ ਉਹਦਾ ਉੱਤਰ ਜਿਹੜਾ ਅਸੀਂ ਪ੍ਰਾਪਤ ਕਰ ਪਾਵਾਂਗੇ। ਫਿਰ ਸਾਡੇ ਕੋਲੇ ਸੰਦ ਜਾਂ ਟੂਲਸ ਜਿਹੜੇ ਆ ਹੋਣੇ ਜ਼ਰੂਰੀ ਨੇ, ਟੇਪ ਰਿਕਾਰਡਰ ਹੋ ਗਿਆ ਜਾਂ ਹੋਰ ਚੀਜ਼ਾਂ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਰਿਕਾਰਡ ਕਰ ਸਕੀਏ। ਤੇ ਨਿਪੁੰਨ ਖੋਜਕਰਤਾ ਤਾਂ ਹੋਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜੇ ਬੰਦਾ ਜਿਹੜਾ ਆਪਣੀ ਫੀਲਡ ਦੇ ਵਿੱਚ ਚੰਗਾ ਨਹੀਂ ਹੋਊਗਾ ਤਾਂ ਉਹ ਸਹੀ ਤਰੀਕੇ ਨਾਲ ਖੋਜ ਵੀ ਨਹੀਂ ਕਰ ਪਾਊਗਾ। ਉਹਨੂੰ ਪਬਲਿਕ ਡੀਲਿੰਗ ਆਉਣੀ ਚਾਹੀਦੀ ਹੈ ਪਹਿਲੇ ਨੰਬਰ ਤੇ। ਤਾਂ ਜੇ ਉਹ ਲੋਕਾਂ ਦੇ ਨਾਲ ਘੁਲ ਮਿਲ ਨਹੀਂ ਸਕਦਾ, ਲੋਕਾਂ ਨੂੰ ਸਹਿਜ ਮਹਿਸੂਸ ਨਹੀਂ ਕਰਾ ਸਕਦਾ, ਤਾਂ ਸ਼ਾਇਦ ਉਹ ਖੇਤਰੀ ਖੋਜ ਕਾਰਜ ਜਾਂ ਲੋਕਯਾਨਿਕ ਖੋਜ ਕਾਰਜ ਜਿਹੜਾ ਉਹ ਨਾ ਕਰ ਪਾਵੇ। ਇਸ ਕਰਕੇ ਇਹਦੀ ਸੀ ਆਪਸ਼ਨ ਜਿਹੜੀ ਉਹ ਸਹੀ ਬਣਦੀ ਹੈ, ਨਿਪੁੰਨ ਖੋਜਕਰਤਾ, ਸੰਦ ਅਤੇ ਪ੍ਰਸ਼ਨਾਵਲੀ। ਆਖਰੀ ਸਵਾਲ ਹੈ ਸਾਡੇ ਕੋਲ, ਲੋਕ ਨਾਟ ਦਾ ਸਹੀ ਜੁੱਟ ਹੈ। ਨੰਬਰ 1 ਨੌਟੰਕੀ, ਨਕਲਾਂ, ਬਾਜ਼ੀ। ਨੰਬਰ 2 ਪੁਤਲੀ ਤਮਾਸ਼ਾ, ਨਟ ਨਟਨੀ, ਸਵਾਂਗ। ਨੰਬਰ 3 ਲੁੱਕਣ ਮਿੱਟੀ, ਰਾਸਲੀਲਾ, ਸੂਤਰਧਾਰ। ਨੰਬਰ 4 ਨਕਲਾਂ, ਨੁੱਕੜ ਨਾਟਕ, ਰਾਮਲੀਲਾ। ਜਿਹੜੀ ਸਾਡੇ ਕੋਲ ਪਹਿਲੀ ਆਪਸ਼ਨ ਆ ਨੌਟੰਕੀ, ਨਕਲਾਂ ਤੇ ਬਾਜ਼ੀ। ਬਾਜ਼ੀ ਜਿਹੜੀ ਹੈ ਇਹ ਸਾਰੇ ਜਾਣਦੇ ਨੇ ਕਿ ਬਾਜੀਗਰ ਇੱਕ ਖਾਸ ਕਬੀਲਾ ਸੀ। ਇਹ ਕਬੀਲਾ ਜਿਹੜਾ ਬਾਜੀ ਪਾਉਂਦਾ ਸੀ, ਇਹਨੂੰ ਅਸੀਂ ਲੋਕ ਨਾਟਕ ਨਹੀਂ ਕਹਿ ਸਕਦੇ, ਕਿਉਂਕਿ ਇਹ ਉਹਨਾਂ ਦਾ ਕਿੱਤਾ ਸੀ, ਇਹ ਉਹਨਾਂ ਦਾ ਕੰਮ ਸੀ। ਬਾਜੀ ਪਾ ਕੇ ਉਹ ਜਿਹੜਾ ਰੋਜ਼ੀ ਰੋਟੀ ਕਮਾਉਂਦੇ ਸੀਗੇ, ਤਾਂ ਇਹ ਲੋਕ ਨਾਟ ਦੀ ਵੰਨਗੀ ਦੇ ਵਿੱਚ ਨਹੀਂ ਆਉਂਦਾ। ਇਸ ਕਰਕੇ ਪਹਿਲੀ ਆਪਸ਼ਨ ਜਿਹੜੀ ਆ ਉਹ ਗਲਤ ਆ। ਤੀਸਰੀ ਆਪਸ਼ਨ ਹੈ ਲੁੱਕੜ ਮਿੱਟੀ, ਰਾਸਲੀਲਾ, ਸੂਤਰਧਾਰ। ਲੁੱਕੜ ਮਿੱਟੀ ਸਾਰੇ ਜਾਣਦੇ ਨੇ, ਬਚਪਨ ਦੇ ਵਿੱਚ ਸਾਰਿਆਂ ਨੇ ਖੇਡੀ ਵੀ ਹੋਊਗੀ। ਲੁੱਕੜ ਮਿੱਟੀ ਖੇਡ ਆ, ਬੱਚੇ ਜਿਹੜੇ ਖੇਡਦੇ ਆ। ਤੇ ਸੂਤਰਧਾਰ ਜਿਹੜਾ ਉਹ ਨਾਟਕ ਦੇ ਵਿੱਚ ਇੱਕ ਪਾਤਰ ਹੁੰਦਾ ਵਾ, ਜਿਹੜਾ ਕਿ ਕਹਾਣੀ ਨੂੰ ਅੱਗੇ ਤੋਰਨ ਦੇ ਕੰਮ ਆਉਂਦਾ। ਤਾਂ ਸੂਤਰਧਾਰ ਕੋਈ
ਲੋਕ ਨਾਟ ਦੀ ਵੰਨਗੀ ਨਹੀਂ ਬਲਕਿ ਨਾਟਕ ਵਿਚਲਾ ਇੱਕ ਪਾਤਰ ਹੁੰਦਾ, ਇਸ ਕਰਕੇ ਇਹ ਆਪਸ਼ਨ ਵੀ ਪੂਰੀ ਤਰ੍ਹਾਂ ਗਲਤ ਆ। ਡੀ ਆਪਸ਼ਨ ਹੈ ਨਕਲਾਂ, ਨੁੱਕੜ ਨਾਟਕ, ਰਾਮਲੀਲਾ। ਨੁੱਕੜ ਨਾਟਕ ਅਸੀਂ ਜਾਣਦੇ ਹਾਂ ਕਿ ਨੁੱਕੜ ਨਾਟਕ ਜਿਹੜਾ ਹੈ ਪੁਰਾਣੇ ਸਮੇਂ 'ਚ ਜਾਂ ਲੋਕ ਨਾਟਕ ਨਹੀਂ ਹੈ ਬਲਕਿ ਨਵੇਂ ਨਾਟਕ ਦੀ ਇੱਕ ਫਾਰਮ ਆ। ਨੁੱਕੜ ਨਾਟਕ ਜਿਹੜਾ ਆਧੁਨਿਕ ਨਾਟਕ ਦੇ ਵਿੱਚ ਸਾਡੇ ਕੋਲ ਆਉਂਦਾ। ਪੱਛਮ ਦਾ ਨੁੱਕੜ ਨਾਟਕ ਜਿੱਥੇ ਅਲੀਟ ਵਰਗ ਦੇ ਨਾਟਕ ਦੇ ਵਿਰੋਧ ਦੇ ਵਿੱਚੋਂ ਪੈਦਾ ਹੁੰਦਾ, ਉੱਥੇ ਹੀ ਜਿਹੜਾ ਸਾਡੇ ਦੇਸ਼ ਦਾ ਨੁੱਕੜ ਨਾਟਕ ਆ ਉਹ ਨਾਟਕ ਦੀ ਅਣਹੋਂਦ ਚੋਂ ਪੈਦਾ ਹੁੰਦਾ, ਕਿਉਂਕਿ ਸਾਡੇ ਜਿਹੜਾ ਇੱਥੇ ਨਾਟਕ ਦੀ ਏਡੀ ਲੰਮੀ ਆ ਵਿਸ਼ਾਲ ਪਰੰਪਰਾ ਜਿਹੜੀ ਪਹਿਲਾਂ ਰਹੀ ਸੀ ਉਹ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਟੁੱਟ ਗਈ ਤੇ ਬਾਅਦ ਦੇ ਵਿੱਚ ਨਾਟਕ ਜਿਹੜੇ ਉਹ ਨਹੀਂ ਖੇਡੇ ਜਾਂਦੇ ਸੀ, ਜਿਹਦੇ ਕਰਕੇ ਨੁੱਕੜ ਨਾਟਕ ਜਿਹੜਾ ਉਹ ਬਹੁਤ ਜ਼ਿਆਦਾ ਫੇਮਸ ਹੋਇਆ। ਤੇ ਸਭ ਤੋਂ ਵੱਧ ਨੁੱਕੜ ਨਾਟਕ ਤੇ ਜੇ ਕਿਸੇ ਨੇ ਕੰਮ ਕੀਤਾ ਜਾਂ ਨਾਟਕ ਖੇਡੇ ਨੇ ਉਹ ਹੈਗੇ ਗੁਰਸ਼ਰਨ ਭਾਜੀ, ਗੁਰਸ਼ਰਨ ਸਿੰਘ। ਤਾਂ ਇਹ ਆਪਸ਼ਨ ਵੀ ਗਲਤ ਆ ਕਿਉਂਕਿ ਇਹ ਲੋਕ ਨਾਟ ਦੀ ਵੰਨਗੀ ਨਹੀਂ ਆ ਨੁੱਕੜ ਨਾਟਕ। ਤਾਂ ਸਾਡੇ ਕੋਲ ਸਿਰਫ ਬੀ ਆਪਸ਼ਨ ਬਚਦੀ ਹੈ। ਬੀ ਆਪਸ਼ਨ ਹੈ ਪੁਤਲੀ ਤਮਾਸ਼ਾ, ਨਟ ਨਟਨੀ, ਸਵਾਂਗ। ਇਹ ਬਿਲਕੁਲ ਸਹੀ ਆਪਸ਼ਨ ਆ, ਲੋਕ ਨਾਟ ਦਾ ਇਹ ਜੁੱਟ ਬਿਲਕੁਲ ਸਹੀ ਆ। ਸੋ ਇਸੇ ਨਾਲ ਹੀ ਸਾਡਾ ਜਿਹੜਾ ਅੱਜ ਦਾ ਵਿਸ਼ਾ ਵਾ ਉਹ ਇੱਥੇ ਹੀ ਖਤਮ ਹੁੰਦਾ। ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਜਾਣੀਆਂ ਹੋਣਗੀਆਂ ਤੇ ਕੁਝ ਚੀਜ਼ਾਂ 'ਚ ਤੁਹਾਡਾ ਵਾਧਾ ਵੀ ਹੋਇਆ ਹੋਵੇਗਾ। ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਜੇਕਰ ਤੁਸੀਂ ਸਾਡੇ ਕੋਲੋਂ ਕੋਈ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਆ ਜਾਂ DSSB ਦੀ ਕੋਚਿੰਗ ਲੈਣਾ ਚਾਹੁੰਦੇ ਆ ਜੋ ਕਿ ਅਸੀਂ ਜਲਦ ਹੀ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਤੁਸੀਂ ਇਸ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ। ਇਸ ਨੰਬਰ ਤੇ ਫੋਨ ਕਾਲ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਬੈਚ ਸੰਬੰਧੀ ਵੀ, DSSB ਦੇ ਸੰਬੰਧੀ ਵੀ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਿਸ਼ਾ, ਅੱਜ ਦੀ ਵੀਡੀਓ ਕਾਫੀ ਲਾਹੇਵੰਦ ਲੱਗੀ ਹੋਵੇਗੀ। ਮਿਲਦੇ ਹਾਂ ਜਲਦ ਹੀ ਕਿਸੇ ਅਗਲੀ ਵੀਡੀਓ ਦੇ ਨਾਲ, ਕਿਸੇ ਅਗਲੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਰੱਬ ਰੱਖ।